ਹੈਲੋ ਗਾਇਜ਼, ਵੈਲਕਮ ਟੂ ਕਰੀਅਰ ਐਜ। ਰਾਜੇ, ਤੁਹਾਨੂੰ ਪਤਾ ਹੈ ਰੈਪਿਡ ਰਿਵੀਜ਼ਨ ਬੈਚ ਕਰ ਰਹੇ ਹਾਂ ਆਪਾਂ, ਜਿਸ ਦੇ ਵਿੱਚ ਕਿ ਲਗਾਤਾਰ 10 ਡੇਜ਼ ਅਸੀਂ ਡਿਫਰੈਂਟ ਸਬਜੈਕਟਸ ਦਾ ਮੈਥ, ਰੀਜ਼ਨਿੰਗ, ਇੰਗਲਿਸ਼, ਹੈ ਨਾ, ਇਹ ਸਭ ਜਿਹੜੇ ਸਬਜੈਕਟਸ ਨੇ, ਕੰਪਿਊਟਰਸ, ਕਰੰਟ ਅਫੇਅਰਸ ਐਂਡ ਫਾਈਨਲੀ ਜਨਰਲ ਅਵੇਅਰਨੈਸ। ਲਾਸਟ ਕਲਾਸ ਆਪਣੀ ਦਿਨ ਦੀ ਜਨਰਲ ਅਵੇਅਰਨੈਸ ਹੀ ਹੁੰਦੀ ਹੈ। ਸੁਬਹ 7 ਵਜੇ ਤੋਂ ਤੁਹਾਡੀ ਕਲਾਸਿਸ ਸਟਾਰਟ ਹੁੰਦੀਆਂ ਨੇਗੀਆਂ, ਠੀਕ ਹੈ। ਤੁਸੀਂ ਚੈਨਲ ਨੂੰ ਐਕਸਪਲੋਰ ਕਰੋ ਪਲੀਜ਼, ਦੇਖੋ ਵੀਡੀਓਜ਼ ਕਿਹੜੀਆਂ ਪਈਆਂ ਨੇ, ਤੁਹਾਡੇ ਲਈ ਕਿਹੜੀ ਰੈਲੇਵੈਂਟ ਨੇ। ਵੈਸੇ ਤਾਂ ਦੇਖੋ ਸਾਰੀਆਂ ਵੀਡੀਓਜ਼ ਰੈਲੇਵੈਂਟ ਨੇਗੀਆਂ ਜਿਹੜੇ ਕਿ ਅਸੀਂ ਹੁਣ ਇਸ ਬੈਚ ਦੇ ਵਿੱਚ ਲੈ ਕੇ ਆ ਰਹੇ ਹਾਂ, ਜਿਹੜਾ ਕਿ ਰੈਪਿਡ ਰਿਵੀਜ਼ਨ ਬੈਚ ਹੈਗਾ ਬੇਸਿਕਲੀ, ਠੀਕ ਹੈ। ਸਾਰੇ ਦੇ ਸਾਰੇ ਪੰਜਾਬ ਐਗਜ਼ਾਮ ਵਾਸਤੇ ਰੈਲੇਵੈਂਟ ਹੈਗਾ। ਰਾਤ ਨੂੰ 9 ਵਜੇ ਤੁਸੀਂ ਮੇਰੇ ਨਾਲ ਹੁੰਦੇ ਹੋ, ਤੁਸੀਂ ਜਨਰਲ ਅਵੇਅਰਨੈਸ ਪੜ੍ਹਦੇ ਹੋ, ਠੀਕ ਹੈ, ਜਿਹਦੇ ਵਿੱਚ ਕਿ ਅਸੀਂ ਡਿਫਰੈਂਟ ਸਬਜੈਕਟਸ ਯਾਨੀ ਕਿ ਹਿਸਟਰੀ, ਪੋਲਿਟੀ, ਏਂਸ਼ੀਅੰਟ ਹਿਸਟਰੀ, ਮਾਡਰਨ ਹਿਸਟਰੀ, ਠੀਕ ਹੈ, ਇਕੋਨਮੀ, ਜੋਗਰਾਫੀ, ਇਹ ਸਭ ਦੇਖਦੇ ਹਾਂ ਆਪਾਂ, ਠੀਕ ਹੈ। ਹੁਣ ਤੱਕ ਆਪਾਂ 4 ਕਲਾਸਿਸ ਲੈ ਚੁੱਕੇ ਹਾਂ। ਅੱਜ ਦੀ ਕਲਾਸ 5th ਕਲਾਸ ਹੋਣ ਵਾਲੀ ਹੈ ਜਨਰਲ ਅਵੇਅਰਨੈਸ ਦੀ, ਠੀਕ ਹੈ। ਇਸੇ ਤਰ੍ਹਾਂ ਰਾਜੇ ਤੁਸੀਂ ਬਣੇ ਰਹਿਣਾ, ਬਹੁਤ ਇਨਫੋਰਮੇਟਿਵ ਵੀਡੀਓਜ਼ ਹੁੰਦੀਆਂ ਨੇ, ਬਹੁਤ ਅੱਛੀ ਫੀਡਬੈਕ ਮਿਲ ਰਹੀ ਹੈ ਸਾਨੂੰ, ਠੀਕ ਹੈ, ਕਿ ਹਾਂ ਕੰਟੈਂਟ ਕੰਪੈਰੇਟਿਵਲੀ ਠੀਕ ਠਾਕ ਕੰਟੈਂਟ ਅਸੀਂ ਬਣਾ ਪਾ ਰਹੇ ਹਾਂ, ਠੀਕ ਹੈ। ਤੁਹਾਡਾ ਪਿਆਰ ਅੱਛਾ ਮਿਲ ਰਿਹਾ ਹੈ। ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਰਾਜੇ, ਅਤੇ ਜ਼ਿਆਦਾ ਇਨਫੋਰਮੇਸ਼ਨ ਵਾਸਤੇ ਤੁਸੀਂ ਕਰੀਅਰ ਐਜ ਨਾਲ ਹੋਰ ਵੀ ਅੱਗੇ ਜੁੜ ਸਕਦੇ ਹੋ, ਠੀਕ ਹੈ। ਅਗਰ ਨਹੀਂ ਵੀ ਜੁੜਨਾ ਤਾਂ ਪਲੀਜ਼ ਇਹ ਦਾ ਜਿਹੜਾ ਫ੍ਰੀ ਕੰਟੈਂਟ ਹੈ ਉਹਦੇ ਨਾਲ ਤੁਸੀਂ ਡੈਫੀਨੇਟਲੀ ਆਪਣਾ ਬੈਨੀਫਿਟ ਲੈ ਸਕਦੇ ਹੋ, ਠੀਕ ਹੈ ਜੀ। ਸਟਾਰਟ ਕਰਦੇ ਹਾਂ ਰਾਜੇ, ਲੈਟਸ ਬਿਗਨ। ਫਸਟ ਕੁਐਸਚਨ ਹੈ ਰਾਜੇ, ਅੱਜ ਵੀ ਆਪਾਂ ਏਂਸ਼ੀਅੰਟ ਹਿਸਟਰੀ ਪੜ੍ਹਾਂਗੇ, ਠੀਕ ਹੈ। ਅੱਜ ਦਾ ਜਿਹੜਾ ਆਪਣਾ ਟੌਪਿਕ ਹੋਣ ਵਾਲਾ ਏਂਸ਼ੀਅੰਟ ਹਿਸਟਰੀ ਦਾ ਹੋਣ ਵਾਲਾ, ਠੀਕ ਹੈ। ਤੁਹਾਨੂੰ ਮੈਂ ਦੱਸਿਆ ਸੀ ਪੋਲਿਟੀ ਅਤੇ ਹਿਸਟਰੀ ਨੂੰ ਆਪਾਂ ਜ਼ਿਆਦਾ ਟਾਰਗੇਟ ਕਰਾਂਗੇ, ਪੋਲਿਟੀ ਅਤੇ ਹਿਸਟਰੀ ਨੂੰ, ਇਹ ਦੋ ਸਬਜੈਕਟਸ ਨੂੰ ਜ਼ਿਆਦਾ ਟਾਰਗੇਟ ਕਰਾਂਗੇ ਆਪਾਂ। ਫਸਟ ਕੁਐਸਚਨ ਰਾਜੇ, ਕੋਡ ਆਫ ਜੈਂਟੂ ਲਾਜ਼ ਇਜ਼ ਐਨ ਇੰਗਲਿਸ਼ ਟਰਾਂਸਲੇਸ਼ਨ ਆਫ ਵਿਚ ਆਫ ਦ ਫੋਲੋਇੰਗ? ਪੰਚਤੰਤਰ, ਗੀਤਾ, ਮਨੁਸਮ੍ਰਿਤੀ, ਅਭਿਗਿਆਨ ਸ਼ਕੁੰਤਲਮ। ਤਾਂ ਆਪਣੇ ਜਿਹੜਾ ਕੋਡ ਆਫ ਜੈਂਟੂ ਲਾਜ਼ ਆ ਰਾਜੇ, ਠੀਕ ਹੈ, ਇਹ ਇੱਕ ਤਰ੍ਹਾਂ ਦਾ ਟਰਾਂਸਲੇਸ਼ਨ ਹੈ ਮਨੁਸਮ੍ਰਿਤੀ ਦੀ। ਮਨੁਸਮ੍ਰਿਤੀ ਦੀ ਟਰਾਂਸਲੇਸ਼ਨ ਹੈ, ਇੰਗਲਿਸ਼ ਟਰਾਂਸਲੇਸ਼ਨ ਹੈ, ਉਹਦਾ ਨਾਮ ਹੈ ਕੋਡ ਆਫ ਜੈਂਟੂ ਲਾਜ਼, ਠੀਕ ਹੈ ਜੀ। ਬੇਸਿਕਲੀ ਰਾਜੇ ਕੀ ਹੋਇਆ ਸੀਗਾ, 1764 ਦੇ ਵਿੱਚ ਬੈਟਲ ਆਫ ਬਕਸਰ ਹੋਈ ਸੀਗੀ, ਤੁਹਾਨੂੰ ਪਤਾ ਸਾਰਿਆਂ ਨੂੰ, ਠੀਕ ਹੈ। ਬੈਟਲ ਆਫ ਬਕਸਰ ਦੇ ਨਾਲ ਰਾਜੇ ਇਹਨਾਂ ਨੂੰ ਦੀਵਾਨੀ ਰਾਈਟਸ ਮਿਲ ਗਏ ਸੀਗੇ, ਦੀਵਾਨੀ ਰਾਈਟਸ, ਠੀਕ ਹੈ। ਹੁਣ ਜਦੋਂ ਦੀਵਾਨੀ ਰਾਈਟਸ ਮਤਲਬ ਕੀ ਹੈ, ਟੈਕਸੇਸ਼ਨ ਦੇ ਰਾਈਟਸ ਮਿਲ ਗਏ ਸੀਗੇ, ਠੀਕ ਹੈ। ਜ਼ਿਆਦਾ ਤੋਂ ਜ਼ਿਆਦਾ ਹੁਣ ਇਹ ਪੈਨੀਟਰੇਟ ਕਰ ਰਹੇ ਸੀ ਇੰਡੀਆ ਦੇ ਵਿੱਚ, ਕੌਣ? ਬ੍ਰਿਟਿਸ਼ਰਸ ਇੰਡੀਆ ਦੇ ਵਿੱਚ ਪੈਨੀਟਰੇਟ ਕਰ ਰਹੇ ਸੀ ਅਤੇ ਰੂਲ ਕਰਨਾ ਸਟਾਰਟ ਕਰਨ ਲੱਗੇ ਸੀਗੇ, ਰੂਲ, ਠੀਕ ਹੈ। ਜਦੋਂ ਟੈਕਸੇਸ਼ਨ ਰਾਈਟਸ ਆ ਗਏ ਤਾਂ ਮਤਲਬ ਰੂਲ ਸਟਾਰਟ ਹੋਣ ਲੱਗਾ ਕਿਤੇ ਨਾ ਕਿਤੇ। ਹੁਣ ਜਦੋਂ ਜਿਹੜੇ ਸਬਜੈਕਟ ਦੇ ਉੱਪਰ ਤੁਸੀਂ ਰੂਲ ਕਰਨਾ ਹੈ, ਜਿਹੜੇ ਲੋਕਾਂ ਦੇ ਉੱਪਰ ਤੁਸੀਂ ਰਾਜ ਕਰਨਾ ਹੈ, ਉਹ ਲੋਕਾਂ ਬਾਰੇ ਪਤਾ ਤਾਂ ਹੋਣਾ ਚਾਹੀਦਾ ਨਾ, ਨੌਲੇਜ ਤਾਂ ਹੋਣੀ ਚਾਹੀਦੀ ਉਹਨਾਂ ਬਾਰੇ, ਲੋਕਾਂ ਬਾਰੇ। ਤਾਂ ਇਸੇ ਕਰਕੇ ਜਿਹੜੇ ਆਪਣੇ ਏਂਸ਼ੀਅੰਟ ਟੈਕਸਟ ਸੀਗੇ ਰਾਜੇ, ਮਨੁਸਮ੍ਰਿਤੀ ਵਰਗੇ, ਹੋਰ ਭਗਵਦ ਗੀਤਾ ਵਰਗੇ ਜਿਹੜੇ ਇਹ ਜਿਹੇ ਟੈਕਸਟ ਸੀਗੇ, ਤਾਂ ਉਹ ਕੀ ਕੀਤਾ ਗਿਆ, ਤਾਂ ਹੁਣ ਜੇ ਆਪਾਂ ਦੇਖੀਏ ਰਾਜੇ ਮਨੁਸਮ੍ਰਿਤੀ ਦੇ ਵਿੱਚ ਕੀ ਕੁਛ ਲਿਖਿਆ ਹੋਇਆ ਸੀਗਾ, ਮਤਲਬ ਇਹਦੇ ਵਿੱਚ ਕੀ ਸੀਗੇ, ਮੈਰਿਜ ਲਾਅ ਸੀਗੇ, ਆਪਣੇ ਡਿਵੋਰਸ ਲਾਅ ਸੀਗੇ, ਠੀਕ ਹੈ। ਇਹ ਸਭ, ਬਲਕਿ ਮੈਰਿਜ ਦੀ ਗੱਲ ਕਰਾਂਗਾ, ਮੈਰਿਜ ਲਾਅ ਸੀਗੇ, ਅਤੇ ਹੋਰ ਵੀ ਕਿਸੇ ਨੇ ਅਗਰ ਚੋਰੀ ਕੀਤੀ ਹੈ ਤਾਂ ਉਹਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ, ਮਤਲਬ ਇਹੋ ਜਿਹਾ ਕੁਛ ਜਿਹੜੇ ਬੇਸਿਕਲੀ ਲਾਅਜ਼ ਆਪਣੇ ਹਿੰਦੂ ਲਾਅਜ਼ ਸੀਗੇ, ਵੀ ਹਿੰਦੂਆਂ ਨੂੰ ਕੀ ਚੀਜ਼ਾਂ ਕਿਹੜੇ ਟਾਈਮ 'ਤੇ ਕਿਹੜੇ ਲਾਅਜ਼ ਅਪਲਾਈ ਕਰਨੇ ਨੇ। ਤਾਂ ਸਿੰਪਲ ਜੀ ਗੱਲ ਹੈ ਵੀ ਹੁਣ ਜਦੋਂ ਸਾਡੇ ਉੱਪਰ ਰੂਲ ਕਰਨਾ ਹੈ ਤਾਂ ਸਾਡੇ ਜਿਹੜੇ ਏਂਸ਼ੀਅੰਟ ਟੈਕਸਟ ਸੀਗੇ ਉਹਨਾਂ ਨੂੰ ਸਮਝਣ ਦੀ ਲੋੜ ਪੈਣੀ ਸੀਗੀ, ਕਿਉਂਕਿ ਅਸੀਂ ਹੁਣ ਤੱਕ ਤਾਂ ਸਿਰਫ ਇਹਨਾਂ ਦੇ ਬੇਸ 'ਤੇ ਹੀ ਕੰਮ ਕਰ ਰਹੇ ਸੀ। ਆਪਣੀ ਸੋਸਾਇਟੀ ਹੈ ਜਿਹੜੀ ਕਾਸਟ ਬੇਸਡ ਸੋਸਾਇਟੀ ਹੈ, ਉਹ ਅਗੇਨ ਮਨੁਸਮ੍ਰਿਤੀ ਦੇ ਉੱਪਰ ਬੇਸਡ ਹੈਗੀ, ਠੀਕ ਹੈ। ਤਾਂ ਕਾਸਟ ਸਿਸਟਮ ਸਮਝਣ ਵਾਸਤੇ ਮਨੁਸਮ੍ਰਿਤੀ ਨੂੰ ਸਮਝਣਾ ਪਊਗਾ, ਠੀਕ ਹੈ। ਹੁਣ ਇਸ ਚੀਜ਼ ਨੂੰ ਦੇਖਦੇ ਹੋਏ ਰਾਜੇ, ਲਗਭਗ ਤੁਸੀਂ ਐਂ ਲਗਾ ਲਓ ਵੀ ਥੋੜ੍ਹੇ ਜਿਹੇ ਸਾਲ ਬਾਅਦ ਹੀ, 10-12 ਸਾਲ ਬਾਅਦ ਹੀ ਇਹ ਜਿਹੜੀ ਟਰਾਂਸਲੇਸ਼ਨ ਕੀਤੀ ਗਈ 1776 ਦੇ ਵਿੱਚ, ਇਹ ਟਰਾਂਸਲੇਸ਼ਨ ਕੀਤੀ ਗਈ। 1764 ਦੇ ਵਿੱਚ ਪੈਨੀਟਰੇਟ ਸਟਾਰਟ ਹੋ ਗਏ ਸੀਗੇ ਇਹ ਬੈਟਲ ਆਫ ਬਕਸਰ ਦੇ ਨਾਲ, ਉਦੋਂ ਥੋੜ੍ਹੇ ਟਾਈਮ ਬਾਅਦ ਹੀ ਟਰਾਂਸਲੇਸ਼ਨ ਇਹਨਾਂ ਨੇ ਕਰਵਾ ਲਈ ਤਾਂ ਕਿ ਇਹ ਲੋਕਾਂ ਨੂੰ ਸਮਝ ਪਾਈਏ ਅਸੀਂ, ਠੀਕ ਹੈ। ਫਿਰ ਹੀ ਆਪਣੇ ਤੋਂ ਰੂਲ ਕਰਨ ਦੇ ਲਾਇਕ ਬਣਨਗੇ ਇਹ, ਠੀਕ ਹੈ। ਤਾਂ ਇਹੀ ਰੀਜ਼ਨ ਸੀਗਾ। ਈਵਨ ਭਗਵਦ ਗੀਤਾ ਦਾ ਵੀ ਟਰਾਂਸਲੇਸ਼ਨ ਹੋਈ ਹੈਗੀ, ਠੀਕ ਹੈ। ਇਹ ਲਗਭਗ ਹੋਈ ਹੈ 1785 ਦੇ ਵਿੱਚ, ਠੀਕ ਹੈ। ਕਿਹਨੇ ਕਰਵਾਈ ਹੈ ਰਾਜੇ ਟਰਾਂਸਲੇਸ਼ਨ? ਇਹ ਵਿਲਕਿਨਸ ਨੇ। ਇਹ ਇੰਪੋਰਟੈਂਟ ਹੈ। ਕਿਹਦੀ ਗੱਲ ਕਰ ਰਿਹਾ ਮੈਂ? ਭਗਵਦ ਗੀਤਾ ਦੀ, ਮਨੁਸਮ੍ਰਿਤੀ ਦੀ ਗੱਲ ਨਹੀਂ ਕਰ ਰਿਹਾ ਮੈਂ। ਇਹਦੀ ਟਰਾਂਸਲੇਸ਼ਨ ਕਿਹਨੇ ਕਰਵਾਈ ਹੈ ਇਹ ਇੰਪੋਰਟੈਂਟ ਨਹੀਂ ਹੈਗਾ। ਗੀਤਾ ਦੀ ਟਰਾਂਸਲੇਸ਼ਨ ਕਿਹਨੇ ਕਰਵਾਈ ਹੈ ਇੰਪੋਰਟੈਂਟ ਹੈ, ਬਿਕਾਜ਼ NCERT ਦੇ ਵਿੱਚ ਇਹੀ ਲਿਖਿਆ ਹੋਇਆ ਹੈਗਾ, ਠੀਕ ਹੈ। ਆਪਾਂ ਜ਼ਿਆਦਾ NCERT ਨੂੰ ਫੋਲੋ ਕਰਦੇ ਹਾਂ। ਤਾਂ ਵਿਲਕਿਨਸ ਨੇ ਕੀ ਕਰਵਾਈ ਹੈ, ਭਗਵਦ ਗੀਤਾ ਦੀ ਟਰਾਂਸਲੇਸ਼ਨ ਕਰਵਾਈ ਸੀ ਇੰਗਲਿਸ਼ ਦੇ ਵਿੱਚ 1785 ਦੇ ਵਿੱਚ, ਠੀਕ ਹੈ ਜੀ। ਅਭਿਗਿਆਨ ਸ਼ਕੁੰਤਲਮ ਦੀ ਵੀ ਟਰਾਂਸਲੇਸ਼ਨ ਹੋਈ ਹੈ ਰਾਜੇ, ਠੀਕ ਹੈ। ਕਾਫੀ ਟਰਾਂਸਲੇਸ਼ਨ ਹੋਈ ਹੈ, ਪੰਚਤੰਤਰ ਦੀ ਹੋਈ ਹੈ, ਸਾਰਿਆਂ ਦੀ ਹੋਈ ਹੈ ਆਲਮੋਸਟ, ਅਤੇ ਬਟ ਭਗਵਦ ਗੀਤਾ ਅਤੇ ਮਨੁਸਮ੍ਰਿਤੀ ਕਾਫੀ ਇੰਪੋਰਟੈਂਟ ਨੇ। ਹਿੰਦੂ ਪੋਲਿਟੀ ਬੁੱਕ ਲਿਖੀ ਗਈ ਸੀ ਰਾਜੇ 1924 ਦੇ ਵਿੱਚ। ਦ ਬੁੱਕ ਵਾਜ਼ ਆਥਰਡ ਬਾਏ, ਇਹ ਬੁੱਕ ਦਾ ਆਥਰ ਕੌਣ ਸੀ ਰਾਜੇ? ਇਹਦਾ ਬੁੱਕ ਸੀ ਆਥਰ ਸੀ ਰਾਜੇ KP ਜੈਸਵਾਲ। ਰਾਜੇ ਹੁਣ ਤੱਕ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਦੋਂ ਦੇਖੋ ਬ੍ਰਿਟਿਸ਼ਰਸ ਆਪਣੇ ਤੋਂ ਰੂਲ ਕਰ ਰਹੇ ਨੇਗੇ, ਠੀਕ ਹੈ, ਤਾਂ ਬ੍ਰਿਟਿਸ਼ਰਸ ਨੇ ਸਾਨੂੰ ਇੱਕ ਚੀਜ਼ ਸਮਝਾਤੀ ਸੀਗੀ, ਇੱਕ ਚੀਜ਼ ਸਾਡੇ 'ਤੇ ਥੋਪਤੀ ਸੀ ਵੀ ਤੁਸੀਂ ਲੋਕ ਇਨਫੀਰੀਅਰ ਹੋ, ਤੁਸੀਂ ਇੰਡੀਅਨਸ ਇਨਫੀਰੀਅਰ ਹੋ, ਅਸੀਂ ਬ੍ਰਿਟਿਸ਼ਰ ਸੁਪੀਰੀਅਰ ਹਾਂ, ਠੀਕ ਹੈ। ਬ੍ਰਿਟਿਸ਼ਰ ਸੁਪੀਰੀਅਰ ਨੇ, ਇੰਡੀਅਨ ਇਨਫੀਰੀਅਰ ਨੇ, ਔਰ ਅਸੀਂ ਇਸ ਚੀਜ਼ ਨੂੰ ਮੰਨ ਵੀ ਲਿਆ ਸੀਗਾ, ਠੀਕ ਹੈ, ਵੀ ਅਸੀਂ ਅਸੀਂ ਗੁਲਾਮ ਬਣਨ ਵਾਸਤੇ ਹੀ ਪੈਦਾ ਹੋਏ ਹਾਂ ਅਸੀਂ, ਠੀਕ ਹੈ। ਅਸੀਂ ਇਨਫੀਰੀਅਰ ਲੋਕ ਹਾਂ, ਅਸੀਂ ਇਹ ਚੀਜ਼ ਮੰਨ ਕੇ ਬੈਠ ਗਏ ਸੀਗੇ, ਠੀਕ ਹੈ। ਕਿਉਂਕਿ ਸਾਨੂੰ ਬ੍ਰਿਟਿਸ਼ਰ ਨੇ ਹਮੇਸ਼ਾ ਇਹ ਚੀਜ਼ ਦੱਸੀ ਹੈ ਕਿ ਤੁਹਾਡੇ 'ਤੇ ਹਮੇਸ਼ਾ ਬਾਹਰੋਂ ਹਮਲਾ ਹੁੰਦਾ ਰਿਹਾ ਹੈ,
ਤੁਹਾਨੂੰ ਲੋਕਾਂ ਨੇ ਸਤਾਇਆ ਹਮੇਸ਼ਾ, ਤੁਸੀਂ ਆਪਣੇ ਲਈ ਕਦੇ ਕੁਝ ਨਹੀਂ ਕਰ ਪਾਏ ਹੋਗੇ, ਤੁਸੀਂ ਹਮੇਸ਼ਾ ਦਬੇ ਕੁਚਲੇ ਲੋਕ ਹੀ ਹੋ। ਅਸੀਂ ਇਹ ਚੀਜ਼ ਮੰਨ ਗਏ ਸੀਗੇ ਵੀ ਹੁਣ ਬ੍ਰਿਟਿਸ਼ ਸਾਨੂੰ ਦੱਬ ਰਹੇ ਨੇ, ਠੀਕ ਹੈ, ਫਿਰ ਇੱਦਾਂ ਹੀ ਹੁੰਦਾ ਆ ਰਿਹਾ। ਤਾਂ ਬ੍ਰਿਟਿਸ਼ ਸਾਨੂੰ ਇਹ ਚੀਜ਼ ਕਨਵਿੰਸ ਕਰਵਾ ਲਈ ਸੀਗੀ। ਅਤੇ ਬਟ ਸਾਨੂੰ ਰਾਜੇ ਸਾਡੇ ਜਿਹੜੇ ਏਂਸ਼ੀਅੰਟ ਟੈਕਸਟ ਸੀਗੇ ਉਹਨਾਂ ਬਾਰੇ ਇੰਨੀ ਨੌਲੇਜ ਨਹੀਂ ਸੀਗੀ, ਠੀਕ ਹੈ। ਫਿਰ ਜਦੋਂ ਕੁਛ ਟਾਈਮ ਬਾਅਦ ਰਾਜੇ KP ਜਾਸਵਾਲ ਵਰਗੇ ਜਿਹੜੇ ਕੁਛ ਸਕੋਲਰ ਸੀਗੇ, ਇਹਨਾਂ ਨੇ ਕੁਛ ਬੁੱਕਸ ਲਿਖੀਆਂ ਹਿੰਦੂ ਪੋਲਿਟੀ ਵਰਗੀਆਂ, ਜਿਹਦੇ ਵਿੱਚ ਕੀ ਇਹਨਾਂ ਨੇ ਦਿਖਾਇਆ ਹੈ ਕਿ ਸਾਡੇ ਏਂਸ਼ੀਅੰਟ ਟਾਈਮ ਦੇ ਵਿੱਚ ਸਾਡਾ ਇੰਡੀਆ ਕਿੰਨਾ ਮਹਾਨ ਸੀਗਾ। ਸਾਡੇ ਦੇਸ਼ ਦੇ ਵਿੱਚ ਰਿਪਬਲਿਕਸ ਵੀ ਸੀਗੀਆਂ। ਜਦੋਂ ਰਿਪਬਲਿਕ ਦਾ ਕਿਤੇ ਨਾਮ ਉਹ ਨਿਸ਼ਾਨ ਨਹੀਂ ਹੁੰਦਾ ਸੀ ਦੁਨੀਆ ਦੇ ਵਿੱਚ, ਉਸ ਟਾਈਮ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਰਿਪਬਲਿਕਸ ਸੀਗੀਆਂ, ਠੀਕ ਹੈ। ਅਤੇ ਅਸੀਂ ਬਹੁਤ ਪ੍ਰੋਗਰੈਸ ਕਰਦੇ ਸੀਗੇ। ਅਸ਼ੋਕਨ ਦੀ ਇਨਸਕ੍ਰਿਪਸ਼ਨ ਡਿਸਿਫਰ ਕੀਤੀਆਂ ਸੀਗੀਆਂ। ਅਸ਼ੋਕਨ ਦੇ ਜਿਹੜੇ ਟੈਕਸਟ ਸੀਗੇ ਉਹ ਡਿਸਿਫਰ ਕਰ ਲਏ ਸੀ, ਮਤਲਬ ਦੇਖਿਆ ਸੀ ਕੀ ਕੁਝ ਲਿਖਿਆ ਹੋਇਆ। ਤਾਂ ਸਾਨੂੰ ਪਤਾ ਲੱਗਿਆ ਵੀ ਅੰਗਰੇਜ਼ਾਂ ਨੇ ਪਹਿਲੀ ਵਾਰ ਨਹੀਂ, ਅਸ਼ੋਕ ਨੇ ਵੀ ਬਹੁਤ ਵੱਡਾ ਐਮਪਾਇਰ ਇੱਕ ਖੜਾ ਕਰਤਾ ਸੀਗਾ, ਠੀਕ ਹੈ। ਸਮੁੰਦਰਗੁਪਤ ਬਾਰੇ ਸਾਨੂੰ ਪਤਾ ਲੱਗਿਆ, ਠੀਕ ਹੈ। ਤਾਂ ਜਿਹੜੇ ਏਂਸ਼ੀਅੰਟ ਟੈਕਸਟ ਨੇ ਅਸੀਂ ਪੜ੍ਹਨਾ ਸਟਾਰਟ ਕਰਨ ਲੱਗੇ, ਸਾਨੂੰ ਪਤਾ ਲੱਗਣ ਲੱਗਿਆ। ਤਾਂ KP ਜਾਇਸਵਾਲ ਵਰਗੇ ਲੋਕਾਂ ਨੇ ਜਿਨ੍ਹਾਂ ਨੇ ਕਿ ਬੁੱਕਸ ਲਿਖੀਆਂ ਤਾਂ ਲੋਕਾਂ ਨੂੰ ਦੱਸਿਆ ਵੀ ਨਹੀਂ, ਤੁਸੀਂ ਹਮੇਸ਼ਾ ਦੱਬੇ ਕੁਚਲੇ ਲੋਕ ਨਹੀਂ ਸੀਗੇ, ਤੁਸੀਂ ਬਹੁਤ ਹੀ ਇੱਕ ਪ੍ਰੋਸਪੈਰਸ ਦੇਸ਼ ਸੀਗੇ, ਬਹੁਤ ਹੀ ਵਧੀਆ ਦੇਸ਼ ਸੀਗੇ, ਠੀਕ ਹੈ, ਤੁਹਾਨੂੰ ਬਹੁਤ ਨੌਲੇਜ ਹੈ। ਤਾਂ ਸਾਡਾ ਜਿਹੜਾ ਆਤਮ ਬਲ ਦੁਬਾਰਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਲੋਕਾਂ ਨੇ। ਤੁਹਾਨੂੰ ਪਤਾ ਉਹ 1893 ਦੇ ਵਿੱਚ ਵੀ ਜਿਹੜਾ ਕੀ ਸੀਗਾ, ਸਵਾਮੀ ਵਿਵੇਕਾਨੰਦ ਦੀ ਸਪੀਚ ਹੋਈ ਸੀ ਵਰਲਡ ਪਾਰਲੀਮੈਂਟ ਆਫ ਰਿਲੀਜਨ ਦੇ ਵਿੱਚ, ਸ਼ਿਕਾਗੋ ਦੇ ਵਿੱਚ, ਠੀਕ ਹੈ। ਤਾਂ ਇਹ ਜਿਹੜੀ ਸਪੀਚ ਹੋਈ ਸੀ, ਇਸ ਸਪੀਚ ਨੇ ਵੀ ਸਾਡੇ ਦੇਸ਼ ਦੇ ਜਿਹੜਾ ਯੂਥ ਸੀਗਾ ਉਹਨਾਂ ਦੇ ਵਿੱਚ ਇੱਕ ਨਵੀਂ ਐਨਰਜੀ ਰਿਜੂਵੀਨੇਟ ਕੀਤੀ, ਨਵੀਂ ਐਨਰਜੀ ਪਾਤੀ, ਤਾਂ ਕਿ ਆਪਣੇ ਲਈ ਕੰਮ ਕਰ ਸਕਣ। ਇਹ ਆਪਾਂ ਨੂੰ ਦੁਬਾਰਾ ਇੱਕ ਵਿਸ਼ਵਾਸ ਦਿਲਾਇਆ ਕਿ ਨਹੀਂ, ਅਸੀਂ ਕੋਈ ਜਿਹੜੀ ਕਿ ਇਨਫੀਰੀਅਰ ਰੇਸ ਨਹੀਂ ਹੈਗੇ, ਅਸੀਂ ਆਪਣੇ ਉੱਪਰ ਆਪ ਰੂਲ ਕਰ ਸਕਦੇ ਹਾਂ, ਠੀਕ ਹੈ ਜੀ। ਤਾਂ ਸਾਡਾ ਜਿਹੜਾ ਆਤਮ ਵਿਸ਼ਵਾਸ ਸੀ ਦੁਬਾਰਾ ਹੁਣ ਬਣਨ ਲੱਗ ਗਿਆ ਸੀਗਾ। ਤਾਂ ਹਿੰਦੂ ਪੋਲਿਟੀ ਵੀ ਇਹੋ ਜਿਹੀ ਇੱਕ ਬੁੱਕ ਹੈਗੀ ਹੈ ਵੀ ਸਾਡੇ ਦੇਸ਼ ਦੇ ਵਿੱਚ ਪੋਲਿਟੀ ਕਿੱਦਾਂ ਦੀ ਰਹੀ ਹੈ ਤੋਂ ਪਹਿਲਾਂ, ਠੀਕ ਹੈ। KP ਜਾਇਸਵਾਲ ਦੇ ਆਥਰ ਸੀ, ਕਾਫੀ ਇੰਪੋਰਟੈਂਟ ਬੁੱਕ ਹੈਗੀ ਹੈ, ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ, ਹੂ ਇਜ਼ ਨੋਨ ਐਜ਼ ਫਾਦਰ ਆਫ ਪ੍ਰੀ ਹਿਸਟੋਰਿਕ ਇੰਡੀਆ। ਪ੍ਰੀ ਹਿਸਟੋਰਿਕ ਦਾ ਮਤਲਬ ਕੀ ਹੈ ਰਾਜੇ, ਉਹ ਟਾਈਮ ਪੀਰੀਅਡ ਜਦੋਂ ਕਿ ਸਾਡੀ ਹਿਸਟਰੀ ਮਿਲਦੀ ਨਹੀਂ ਹੈਗੀ, ਰਿਟਨ ਹਿਸਟਰੀ ਨਹੀਂ ਮਿਲਦੀ ਹੈਗੀ, ਠੀਕ ਹੈ। ਜੇ ਮੰਨ ਕਰੋ ਆਪਾਂ ਸਟੋਨ ਏਜ ਦੀ ਗੱਲ ਕਰੀਏ, ਸਟੋਨ ਏਜ ਦੀ, ਠੀਕ ਹੈ। ਤਾਂ ਇਹ ਇੱਕ ਪ੍ਰੀ ਹਿਸਟੋਰਿਕ ਹਿਸਟਰੀ ਤੋਂ ਪਹਿਲਾਂ। ਹਿਸਟਰੀ ਕੀ ਹੁੰਦੀ ਹੈ ਰਾਜੇ, ਹਿਸਟਰੀ ਉਹ ਹੁੰਦੀ ਹੈ ਜਦੋਂ ਕਿ ਸਾਡੇ ਕੋਲ ਕੋਈ ਰਿਟਨ ਜਿਹੜਾ ਕੋਈ ਸੋਰਸ ਮਿਲਦਾ ਆਪਾਂ ਨੂੰ, ਠੀਕ ਹੈ, ਰਿਟਨ ਸੋਰਸ ਮਿਲਦਾ, ਉਦੋਂ ਹਿਸਟਰੀ ਕਹਿੰਦੇ ਆਪਾਂ। ਜਿਹੜੀ ਹੁਣ ਸਟੋਨ ਏਜ ਹੈ ਉਦੋਂ ਵੀ ਪਹਿਲਾਂ ਦੀ ਚੀਜ਼ਾਂ ਨੇ, ਉਹਨੂੰ ਆਪਾਂ ਹਿਸਟਰੀ ਦੇ ਵਿੱਚ ਨਹੀਂ ਗਿਣਾਂਗੇ, ਉਹਨੂੰ ਪ੍ਰੀ ਹਿਸਟਰੀ ਦੇ ਵਿੱਚ ਗਿਣਾਂਗੇ ਜਾਂ ਫਿਰ ਜੀਓਗ੍ਰਾਫੀ ਦੇ ਵਿੱਚ ਗਿਣਾਂਗੇ ਆਪਾਂ, ਠੀਕ ਹੈ। ਵੀ ਅਰਥ ਕਿਵੇਂ ਬਣੀ, ਉਦੋਂ ਬਾਅਦ 'ਚੋਂ ਆਈਸ ਏਜ ਆਈ, ਇਹ ਸਭ ਜੀਓਗ੍ਰਾਫੀ ਆ ਜਾਂਦੀ ਹੈ, ਇਹ ਹਿਸਟਰੀ ਨਹੀਂ ਹੈਗੀ। ਹਿਸਟਰੀ ਸਿਰਫ ਉਦੋਂ ਹੀ ਸਟਾਰਟ ਹੁੰਦੀ ਜਦੋਂ ਰਿਟਨ ਫਾਰਮ ਦੇ ਵਿੱਚ ਆਪਣੇ ਕੋਲ ਕੋਈ ਚੀਜ਼ ਮਿਲਦੀ ਹੈ, ਠੀਕ ਹੈ, ਮਤਲਬ ਇੱਕ ਪੈਟਰਨ ਦੇ ਨਾਲ। ਤਾਂ ਆਪਾਂ ਪ੍ਰੀ ਹਿਸਟੋਰਿਕ ਕਿਹਨੂੰ ਕਹਿੰਦੇ ਹਾਂ, ਬੇਸਿਕਲੀ ਸਟੋਨ ਏਜ ਨੂੰ ਕਹਿ ਦਿੰਦੇ ਆਪਾਂ। ਤਾਂ ਹੁਣ ਫਾਦਰ ਆਫ ਪ੍ਰੀ ਹਿਸਟੋਰਿਕ ਇੰਡੀਆ ਕਿਸ ਨੂੰ ਕਿਹਾ ਜਾਂਦਾ ਰਾਜੇ, ਰੋਬਰਟ ਬਰੂਸ ਫੂਟਸ ਨੂੰ, ਠੀਕ ਹੈ। ਇੱਕ ਬ੍ਰਿਟਿਸ਼ ਅਫਸਰ ਸੀਗਾ। ਅਸਲ ਦੇ ਵਿੱਚ ਕੀ ਹੋਇਆ ਸੀ ਰਾਜੇ, 1868 ਦੇ ਵਿੱਚ ਇਹਨੂੰ ਕੁਝ ਸਟੋਨ ਟੂਲਸ ਮਿਲੇ, ਠੀਕ ਹੈ। ਤਾਂ ਇੱਥੋਂ ਇਹਨੇ ਕੁਝ ਆਈਡੀਆ ਲਗਾਇਆ ਕਿ ਹਾਂ ਸਟੋਨ ਟੂਲਸ ਯੂਜ਼ ਹੁੰਦੇ ਨੇਗੇ, ਠੀਕ ਹੈ। ਅਤੇ ਸਾਡੇ ਦੇਸ਼ ਦੇ ਵਿੱਚ ਸਟੋਨ ਏਜ ਕਦੋਂ ਸਟਾਰਟ ਹੋਈ, ਕਿਵੇਂ ਹੋਈ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਸਟਾਰਟਿੰਗ ਇਹਨੇ ਕੀਤੀ ਜਿਹੜੀ ਕੀ ਹੈ ਇਨਵੈਂਸ਼ਨ ਦੀ। ਤਾਂ ਇਸੇ ਕਰਕੇ ਇਸ ਨੂੰ ਹੁਣ ਫਾਦਰ ਆਫ ਪ੍ਰੀ ਹਿਸਟੋਰਿਕ ਇੰਡੀਆ ਕਿਹਾ ਜਾਣ ਲੱਗਿਆ, ਠੀਕ ਹੈ। ਕਿਹਨੂੰ, ਰੋਬਰਟ ਬਰੂਸ ਫੂਟਸ ਨੂੰ। 1868 ਦੇ ਵਿੱਚ ਇਹਨੂੰ ਕੁਝ ਸਟੋਨ ਦੇ ਟੂਲਸ ਲੱਭੇ, ਪੱਥਰ ਦੇ ਕੁਝ ਹਥਿਆਰ ਲੱਭੇ ਇਹਨੂੰ, ਠੀਕ ਹੈ। ਜਿਵੇਂ ਆਪਾਂ ਪੜ੍ਹਦੇ ਹੁੰਦੇ ਹਾਂ ਇਹੋ ਜਿਹੀ ਚੀਜ਼ਾਂ, ਇਹ ਜਿਹੜੇ ਨੋਕੀਲੇ ਨੇ ਇਹ ਜਿਹੇ ਟੂਲਸ ਮਿਲੇ ਰੋਬਰਟ ਬਰੂਸ ਫੂਟਸ ਨੂੰ, ਇਸੇ ਕਰਕੇ ਇਹਨੂੰ ਫਾਦਰ ਆਫ ਪ੍ਰੀ ਹਿਸਟੋਰਿਕ ਇੰਡੀਆ ਕਿਹਾ ਜਾਂਦਾ। ਨੈਕਸਟ ਕੁਐਸਚਨ, ਇਨ ਵਿਚ ਇੰਡੀਅਨ ਸਟੇਟ ਇਨਾਮ ਗਾਉਂ ਇਜ਼ ਲੋਕੇਟਡ। ਰਾਜੇ ਤੁਹਾਨੂੰ ਇੱਕ ਇਨਫੋਰਮੇਸ਼ਨ ਦੇ ਦਾਂ ਮੈਂ, ਸਾਡੇ ਇੰਡੀਆ ਦੇ ਵਿੱਚ ਰਾਜੇ ਤੁਹਾਨੂੰ ਪਤਾ ਹਰਪਨ ਸਿਵਲਾਈਜੇਸ਼ਨ ਤੋਂ ਬਾਅਦ ਜਾਂ ਉਹਦੇ ਪੈਰਲਲ ਵੀ ਇੱਕ ਚਾਲਕੋਲਿਥਿਕ ਕਲਚਰ ਚੱਲਦਾ ਸੀ ਰਾਜੇ। ਚਾਲਕੋਲਿਥਿਕ ਕਲਚਰ, ਚਾਲਕੋਲਿਥਿਕ ਕੀ ਮਤਲਬ ਹੈ ਰਾਜੇ, ਲਿਥਿਕ ਦਾ ਮਤਲਬ ਕੀ ਹੁੰਦਾ ਸਟੋਨ, ਚਾਲਕੋ ਦਾ ਕੀ ਮਤਲਬ ਹੈ ਕੋਪਰ। ਤਾਂ ਇਹ ਇੱਕ ਏਜ ਸੀ ਜਿਹਦੇ ਵਿੱਚ ਸਟੋਨ ਵੀ ਯੂਜ਼ ਹੁੰਦਾ ਸੀ ਅਤੇ ਕੋਪਰ ਵੀ। ਇਹ ਤੋਂ ਪਹਿਲਾਂ ਕੀ ਸੀ, ਸਟੋਨ ਏਜ ਸੀਗੀ। ਆਪਾਂ ਪੜ੍ਹਦੇ ਹੁੰਦੇ ਹਾਂ ਪੈਲਿਓਲਿਥਿਕ, ਮੀਜ਼ੋਲਿਥਿਕ, ਨਿਓਲਿਥਿਕ। ਲਿਥਿਕ ਦਾ ਮਤਲਬ ਸਟੋਨ ਹੈਗਾ ਸਿੰਪਲੀ, ਠੀਕ ਹੈ। ਤਾਂ ਤੋਂ ਪਹਿਲਾਂ ਤਾਂ ਲਿਥਿਕ ਏਜ ਸੀ ਇਕੱਲੀ, ਹੁਣ ਚਾਲਕੋਲਿਥਿਕ ਜਿਹਦੇ ਵਿੱਚ ਸਟੋਨ ਤਾਂ ਹੁੰਦਾ ਹੀ ਹੁੰਦਾ, ਨਾਲ ਕੋਪਰ ਵੀ ਸਟਾਰਟ ਹੋ ਗਿਆ ਸੀਗਾ। ਲਗਭਗ 3500 BC ਦੇ ਵਿੱਚ ਅਸੀਂ ਜਿਹੜਾ ਕੋਪਰ ਡਿਸਕਵਰ ਕਰ ਲਿਆ ਸੀਗਾ, ਠੀਕ ਹੈ। ਤਾਂ ਇਹੀ ਜਿਹੜੀ ਚਾਲਕੋਲਿਥਿਕ ਏਜ ਹੈ ਰਾਜੇ, ਇਹ ਜਿਹੜਾ ਵੈਸਟਰਨ ਇੰਡੀਆ ਆਪਣਾ ਮਹਾਰਾਸ਼ਟਰ, ਰਾਜਸਥਾਨ, ਗੁਜਰਾਤ, ਇਹ ਵਾਲਾ ਇਲਾਕਾ ਰਾਜੇ ਇਹਦੇ ਵਿੱਚ ਸਾਡਾ ਚਾਲਕੋਲਿਥਿਕ ਕਲਚਰ ਜਿਹੜਾ ਫਲੋਰਿਸ਼ ਹੋਇਆ ਸੀਗਾ, ਠੀਕ ਹੈ। ਤਾਂ ਇਸੇ ਕਲਚਰ ਦਾ ਇੱਕ ਸਾਈਟ ਹੈ ਇਨਾਮ ਗਾਉਂ। ਇਹ ਕਿੱਥੇ ਹੈ ਰਾਜੇ, ਇਹ ਮਹਾਰਾਸ਼ਟਰ ਦੇ ਵਿੱਚ ਹੈਗੀ। ਮਹਾਰਾਸ਼ਟਰ ਦੇ ਵਿੱਚ ਆਪਣਾ ਆਨਸਰ ਦਾ ਰਾਜੇ ਆਊਗਾ ਇਹ ਮਹਾਰਾਸ਼ਟਰ। ਇਨਾਮ ਗਾਉਂ ਮਹਾਰਾਸ਼ਟਰ ਦੇ ਵਿੱਚ ਹੈ, ਠੀਕ ਹੈ। ਅਤੇ ਹੁਣ ਚਾਲਕੋਲਿਥਿਕ ਦੇ ਵੀ ਕਈ ਕਲਚਰ ਸੀ ਰਾਜੇ, ਠੀਕ ਹੈ। ਮਤਲਬ ਮਾਲਵਾ ਕਲਚਰ ਹੋ ਗਿਆ, ਰੰਗਪੁਰ ਕਲਚਰ ਹੋ ਗਿਆ, ਜਸਟ ਨਾਮ ਨੇ ਮਤਲਬ ਏਰੀਆ ਵਾਈਜ਼। ਇੱਥੇ ਜੇ ਮਾਲਵਾ ਕਲਚਰ ਹੈ, ਇੱਥੇ ਰੰਗਪੁਰ ਕਲਚਰ ਹੈ, ਇੱਥੇ ਜੋਰਵੇ ਕਲਚਰ ਹੈ, ਠੀਕ ਹੈ। ਇੱਥੇ ਜੇ ਹੋਰ ਮਤਲਬ ਪ੍ਰਭਾਸ ਪਤਨ ਕਲਚਰ ਹੈਗਾ, ਠੀਕ ਹੈ, ਗੁਜਰਾਤ ਦੇ ਵਿੱਚ। ਤਾਂ ਡਿਫਰੈਂਟ ਜਗ੍ਹਾ ਦੇ ਨਾਮ ਅੱਡ ਪੈ ਗਏ ਸੀਗੇ। ਤਾਂ
ਜਿਵੇਂ ਰੰਗਪੁਰ ਹੋ ਗਿਆ, ਠੀਕ ਹੈ। ਤੇ ਹੋਰ ਮੈਂ ਕੀ ਕਹਿ ਰਿਹਾ, ਜੋਰਵੇ ਕਲਚਰ, ਠੀਕ ਹੈ। ਤੇ ਜੋਰਵੇ ਕਲਚਰ ਮੈਂ ਤੁਹਾਨੂੰ ਦੱਸ ਰਿਹਾ ਇੱਥੇ ਹੈਗਾ। ਤੇ ਜਿਹੜੀ ਇਨਾਮਗਾਉਂ ਸਾਈਟ ਹੈ ਰਾਜੇ, ਇਹ ਵੀ ਜੋਰਵੇ ਕਲਚਰ ਦਾ ਹੀ ਪਾਰਟ ਹੈ ਇੱਕ, ਠੀਕ ਹੈ। ਤਾਂ ਤੁਸੀਂ ਇਹ ਵੀ ਨੋਟ ਕਰ ਲਓ, ਜਿਹੜੀ ਇਨਾਮਗਾਉਂ ਹੈ ਉਹ ਜੋਰਵੇ ਕਲਚਰ ਦਾ ਪਾਰਟ ਹੈਗਾ, ਠੀਕ ਹੈ। ਇੱਕ ਹੋਰ ਵੀ ਇੰਪੋਰਟੈਂਟ ਸਾਈਟ ਆਉਂਦੀ ਹੈ, ਇੱਕ ਤਾਂ ਦੇਖੋ ਇਨਾਮਗਾਉਂ ਹੀ ਹੋਗੀ, ਇੱਕ ਹੋਰ ਇੰਪੋਰਟੈਂਟ ਸਾਈਟ ਇਸ ਕਲਚਰ ਦੀ ਆਉਂਦੀ ਹੈ, ਉਹ ਆਉਂਦੀ ਹੈ ਦੈਮਾਬਾਦ, ਦੈਮਾਬਾਦ, ਠੀਕ ਹੈ। ਤਾਂ ਓਬਵੀਅਸਲੀ ਗੱਲ ਹੈ, ਇਹ ਵੀ ਮਹਾਰਾਸ਼ਟਰ ਦੇ ਵਿੱਚ ਹੀ ਹੈ, ਕਿਉਂਕਿ ਇਸੇ ਰੀਜਨ ਦੇ ਵਿੱਚ ਆ ਜਾਂਦਾ ਹੈ। ਇਹ ਸਾਰੇ ਰੀਜਨ ਨੂੰ ਆਪਾਂ ਜੋਰਵੇ ਕਲਚਰ ਕਹਿ ਦਿੰਦੇ ਹਾਂ। ਇਸ ਦੀ ਇੱਕ ਸਾਈਡ ਹੈਗੀ ਇਨਾਮਗਾਉਂ, ਇੱਕ ਸਾਈਡ ਹੈਗੀ ਹੈ ਦੈਮਾਬਾਦ, ਠੀਕ ਹੈ। ਇਨਾਮਗਾਉਂ ਇੱਕ ਹੋਰ ਚੀਜ਼ ਵਾਸਤੇ ਫੇਮਸ ਹੈ ਰਾਜੇ, ਕਿ ਇੱਥੇ ਜਿਹੜੀ ਕਿ 3 ਮੇਲ ਡਾਇਟੀਜ਼ ਦੀ ਇਮੇਜਸ ਮਿਲੀਆਂ ਨੇਗੀਆਂ, ਠੀਕ ਹੈ। ਵੈਸੇ ਤਾਂ ਦੇਖੋ ਹਰਪਨ ਸਿਵਲਾਈਜੇਸ਼ਨ ਦੇ ਵਿੱਚ ਫੀਮੇਲ ਗੋਡਿਸ ਜ਼ਿਆਦਾ ਮਿਲਦੇ ਸੀਗੀਆਂ, ਜਿਵੇਂ ਮਦਰ ਗੋਡਸ ਦੀ ਗੱਲ ਕਰਦੇ ਆਪਾਂ, ਠੀਕ ਹੈ, ਮਦਰ ਗੋਡਸ। ਤਾਂ ਫੀਮੇਲ ਗੋਡਸ ਜ਼ਿਆਦਾ ਮਿਲਦੀਆਂ ਨੇਗੀਆਂ, ਮੇਲ ਗੋਡ ਬਹੁਤ ਘੱਟ ਮਿਲਦੇ ਨੇ। ਤਾਂ ਇਨਾਮਗਾਉਂ ਦੇ ਵਿੱਚ ਇਹੀ ਸਪੈਸ਼ਲਿਟੀ ਹੈ ਵੀ 3 ਮੇਲ ਡਾਇਟੀਜ਼ ਦੀ ਜਿਹੜੀ ਇਮੇਜਸ ਸਾਨੂੰ ਇਨਾਮਗਾਉਂ ਤੋਂ ਮਿਲੀਆਂ ਨੇਗੀਆਂ, ਠੀਕ ਹੈ। ਇੰਪੋਰਟੈਂਟ ਹੈ ਜੀ ਇਹ, ਠੀਕ ਹੈ ਜੀ। ਦੈਮਾਬਾਦ ਅਤੇ ਇਨਾਮਗਾਉਂ ਦੋਨੇ ਇੰਪੋਰਟੈਂਟ ਨੇ ਜੋਰਵੇ ਕਲਚਰ ਦੇ ਪਾਰਟ ਵਾਸਤੇ, ਠੀਕ ਹੈ ਜੀ। ਚਲੀਏ ਅੱਗੇ, ਸਾਰੇ ਹੈ ਕਿਹੜੇ ਨੇ ਇਹ, ਚੈਲਕੋਲਿਥਿਕ ਕਲਚਰ ਦੇ ਵਿੱਚ, ਕਾਪਰ ਅਤੇ ਸਟੋਨ, ਠੀਕ ਹੈ। ਕਾਪਰ ਦਾ ਜੀ ਸਭ ਤੋਂ ਪਹਿਲਾ ਮੈਟਲ ਸੀ ਜਿਹੜਾ ਅਸੀਂ ਡਿਸਕਵਰ ਕੀਤਾ, ਮਤਲਬ ਕਿਉਂਕਿ ਇਹ ਤੋਂ ਪਹਿਲਾਂ ਤਾਂ ਸਟੋਨ ਯੂਜ਼ ਹੋ ਰਿਹਾ ਸੀ ਇਕੱਲਾ, ਤਾਂ ਪਹਿਲਾ ਮੈਟਲ ਜਿਹੜਾ ਡਿਸਕਵਰ ਹੋਇਆ ਉਹ ਕਾਪਰ ਹੀ ਸੀਗਾ, ਠੀਕ ਹੈ ਜੀ। ਇਹ ਵੀ ਤੁਸੀਂ ਕੁਐਸਚਨ ਵਾਸਤੇ ਨੋਟ ਕਰ ਸਕਦੇ। ਪਹਿਲਾ ਮੈਟਲ ਕਿਹੜਾ ਡਿਸਕਵਰ ਕੀਤਾ ਸਾਨੇ, ਕਾਪਰ ਡਿਸਕਵਰ ਕੀਤਾ, ਆਲਮੋਸਟ 3500 BC ਦੇ ਵਿੱਚ। ਵਿਚ ਆਫ ਦ ਫੋਲੋਇੰਗ ਪਲੇਸਿਸ ਹੈਵ ਬੀਨ ਰਿਵੀਲਡ ਆਰਕੀਓਲੋਜੀਕਲ ਐਵੀਡੈਂਸ ਰਿਗਾਰਡਿੰਗ ਪਿਟ ਡਵੈਲਿੰਗਸ। ਰਾਜੇ ਪਿਟ ਡਵੈਲਿੰਗ ਦਾ ਕੀ ਮਤਲਬ ਹੈ, ਦੇਖੋ ਪਿਟ ਦਾ ਮਤਲਬ ਕੀ ਹੈ, ਇੱਕ ਟੋਆ, ਖੂਹ ਪੱਟਣਾ। ਡਵੈਲਿੰਗਸ ਦਾ ਕੀ ਮਤਲਬ ਹੈ, ਰਹਿਣ ਵਾਲੀ ਜਗ੍ਹਾ, ਜਿਹੜੀ ਜਗ੍ਹਾ ਆਪਣੇ ਰਹਿਣ ਵਾਸਤੇ ਹੁੰਦੀ ਹੈ ਉਹਨੂੰ ਆਪਾਂ ਡਵੈਲਿੰਗ ਕਹਿੰਦੇ ਆਪਣੀ, ਠੀਕ ਹੈ। ਤਾਂ ਖੂਹ ਬਣਾ ਕੇ ਰਹਿਣਾ, ਠੀਕ ਹੈ। ਮਤਲਬ ਜੇ ਆਹ ਗਰਾਊਂਡ ਹੈਗਾ, ਇਹ ਗਰਾਊਂਡ ਹੈ, ਤਾਂ ਇਹਦੇ ਵਿੱਚ ਖੂਹ ਬਣਾ ਕੇ ਰਹਿੰਦੇ ਸੀ ਲੋਕ, ਠੀਕ ਹੈ। ਖੂਹ ਬਣਾ ਕੇ ਉੱਪਰ ਢੱਕ ਲੈਂਦੇ ਸੀ ਅਤੇ ਸਾਈਡ 'ਤੇ ਅੱਗ ਲਾ ਲੈਂਦੇ ਸੀਗੇ। ਉਹ ਕਿੱਥੇ ਕਰਦੇ ਸੀ ਲੋਕ, ਜਿੱਥੇ ਕਿ ਬਹੁਤ ਸਰਦੀ ਹੁੰਦੀ ਸੀ, ਸਰਦੀ ਤੋਂ ਬਚਣ ਵਾਸਤੇ ਰਾਜੇ ਲੋਕ ਖੂਹ ਬਣਾ ਕੇ ਰਹਿੰਦੇ ਸੀਗੇ, ਠੀਕ ਹੈ। ਤਾਂ ਇਹ ਜਿਹੜੀਆਂ ਪਿਟ ਡਵੈਲਿੰਗਸ ਨੇ ਆਪਾਂ ਨੂੰ ਇੱਕ ਇਲਾਕੇ ਤੋਂ ਮਿਲੀਆਂ ਨੇ, ਕਿੱਥੇ ਮਿਲੀਆਂ ਨੇਗੀਆਂ, ਬੇਸਿਕਲੀ ਰਾਜੇ ਜੰਮੂ ਕਸ਼ਮੀਰ ਦੇ ਵਿੱਚ ਮਿਲੀਆਂ ਨੇਗੀਆਂ। ਜੰਮੂ ਕਸ਼ਮੀਰ ਦੇ ਵਿੱਚ ਵੀ 2 ਜਗ੍ਹਾ 'ਤੇ ਮਿਲੀਆਂ ਨੇ, ਇੱਕ ਬੁਰਜ਼ਾ ਹੋਮ ਅਤੇ ਇੱਕ ਗੁਫਕਰਾਲ, ਇਹ 2 ਜਗ੍ਹਾ ਨੇ ਰਾਜੇ। ਤਾਂ ਆਪਣਾ ਆਨਸਰ ਤਾਂ ਆਊਗਾ ਰਾਜੇ 2 ਐਂਡ 3। 2 ਐਂਡ 3 ਦੇ ਵਿੱਚ ਸਾਨੂੰ ਬੁਰਜ਼ਾ ਹੋਮ ਅਤੇ ਗੁਫਕਰਾਲ ਦੇ ਵਿੱਚ ਇਹ ਜਿਹੀਆਂ ਜਗ੍ਹਾ ਮਿਲੀਆਂ ਨੇਗੀਆਂ। ਦੋਨੇ ਕਿੱਥੇ ਨੇ ਰਾਜੇ, ਇਹ JNK ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ, ਠੀਕ ਹੈ। ਗੁਫਕਰਾਲ ਅਤੇ ਬੁਰਜ਼ਾ ਹੋਮ ਆ, ਜਿਹਦੇ ਵਿੱਚ ਕਿ ਪਿਟ ਡਵੈਲਿੰਗਸ ਮਿਲੀਆਂ ਨੇ, ਵੀ ਲੋਕ ਟੋਆ ਪੱਟ ਕੇ ਰਹਿੰਦੇ ਸੀਗੇ ਤਾਂ ਕਿ ਠੰਡ ਤੋਂ ਬਚਿਆ ਜਾ ਸਕੇ, ਠੀਕ ਹੈ। ਇਹ ਚੀਜ਼ ਹੈਗੀ ਆ। ਚਲੋ, ਧੋਲਾਵੀਰਾ ਕਿੱਥੇ ਰਾਜੇ, ਇਹ ਗੁਜਰਾਤ ਦੇ ਵਿੱਚ ਹੈ। ਅਤੇ ਛੋਟੂਗਾਈ ਕਿੱਥੇ ਹੈ ਰਾਜੇ, ਇਹ ਅਫਗਾਨਿਸਤਾਨ ਦੇ ਵਿੱਚ ਹੈ। ਇਹ ਵੀ ਕੁਐਸਚਨ ਕਈ ਵਾਰੀ ਆਇਆ ਰਾਜੇ ਵੀ ਛੋਟੂਗਾਈ ਕਿੱਥੇ ਹੈਗਾ, ਤਾਂ ਇਹ ਅਫਗਾਨਿਸਤਾਨ ਦੇ ਵਿੱਚ ਹੈ, ਠੀਕ ਹੈ ਜੀ। ਆਨਸਰ ਆਪਣਾ ਆਊਗਾ 2 ਐਂਡ 3, ਗੁਫਕਰਾਲ ਅਤੇ ਬੁਰਜ਼ਾ ਹੋਮ, ਠੀਕ ਹੈ ਜੀ। ਪਿਟ ਡਵੈਲਿੰਗ ਦਾ ਮਤਲਬ ਵੀ ਤੁਹਾਨੂੰ ਮੈਂ ਦੱਸਤਾ। ਚਲੋ, ਤਾਂ ਇਹਨਾਂ ਦੋਨਾਂ ਜਗ੍ਹਾ ਤੋਂ ਰਾਜੇ ਸਾਨੂੰ ਇਹ ਜਿਹੀਆਂ ਪਿਟ ਡਵੈਲਿੰਗਸ ਦੇ ਐਵੀਡੈਂਸ ਮਿਲੇ ਨੇ ਵੀ ਲੋਕ ਇੱਦਾਂ ਰਹਿੰਦੇ ਸੀਗੇ ਪਹਿਲਾਂ, ਠੀਕ ਹੈ। ਬੇਸਿਕਲੀ ਨਿਓਲਿਥਿਕ ਏਜ ਦੀ ਗੱਲ ਹੋ ਰਹੀ ਹੈ, ਇਹ ਨਿਓਲਿਥਿਕ ਏਜ। in which language most Ashokan inscriptions are found। ਰਾਜੇ ਲੈਂਗੁਏਜ ਵਰਸਿਸ ਸਕ੍ਰਿਪਟ ਦਾ ਮਤਲਬ ਤੁਹਾਨੂੰ ਸ਼ਾਇਦ ਪਤਾ ਹੋਵੇ, ਠੀਕ ਹੈ। ਅਗਰ ਨਹੀਂ ਪਤਾ ਤਾਂ ਪਲੀਜ਼ ਸਰਚ ਕਰੋ ਥੋੜ੍ਹਾ ਬਹੁਤ, ਠੀਕ ਹੈ। ਲੈਂਗੁਏਜ ਅਤੇ ਸਕ੍ਰਿਪਟ ਦੇ ਵਿੱਚ ਕੀ ਫਰਕ ਹੁੰਦਾ ਹੈ। ਜੇ ਮੈਂ ਗੱਲ ਕਰਾਂ ਰਾਜੇ, ਇੱਥੇ ਬ੍ਰਹਮੀ ਅਤੇ ਖਰੋਸ਼ਤੀ, ਇਹ ਦੋਨੇ ਕੀ ਨੇ ਰਾਜੇ, ਇਹ ਸਕ੍ਰਿਪਟ ਨੇਗੀਆਂ, ਠੀਕ ਹੈ। ਜਿਹੜੀ ਪ੍ਰਾਕ੍ਰਿਤ ਹੈ ਇਹ ਲੈਂਗੁਏਜ ਹੈ, ਠੀਕ ਹੈ। ਜਿਵੇਂ ਮੈਂ ਗੱਲ ਕਰਾਂ, ਗੁਰਮੁਖੀ ਜਿਹੜੀ ਹੈਗੀ ਹੈ ਉਹ ਸਕ੍ਰਿਪਟ ਹੈ, ਜਿਹੜੀ ਪੰਜਾਬੀ ਹੈ ਉਹ ਲੈਂਗੁਏਜ ਹੈ, ਪੰਜਾਬੀ ਲੈਂਗੁਏਜ ਹੈ, ਠੀਕ ਹੈ। ਗੁਰਮੁਖੀ ਸਕ੍ਰਿਪਟ ਹੈਗੀ, ਗੁਰਮੁਖੀ ਲਿਪੀ ਹੈ, ਪੰਜਾਬੀ ਭਾਸ਼ਾ ਹੈਗੀ ਆ, ਇਹ ਫਰਕ ਹੁੰਦਾ, ਠੀਕ ਹੈ। ਇਸੇ ਤਰ੍ਹਾਂ ਬ੍ਰਹਮੀ ਅਤੇ ਖਰੋਸ਼ਟੀ ਸਕ੍ਰਿਪਟ ਹੈਗੀ ਹੈ ਅਤੇ ਪ੍ਰਾਕ੍ਰਿਤ ਲੈਂਗੁਏਜ ਹੈ। ਤਾਂ ਅਗਰ ਤੁਹਾਨੂੰ ਲੈਂਗੁਏਜ ਵਰਸਿਸ ਸਕ੍ਰਿਪਟ ਦਾ ਮਤਲਬ ਹੀ ਪਤਾ ਹੁੰਦਾ ਤਾਂ ਤੁਸੀਂ ਆਪਾਂ ਨੂੰ ਪੁੱਛ ਕੇ ਰਿਹਾ ਲੈਂਗੁਏਜ, ਤਾਂ ਇਹ ਤਾਂ ਪਹਿਲਾਂ ਹੀ ਐਲੀਮੀਨੇਟ ਹੋ ਜਾਂਦਾ ਦੋਨੋਂ ਹੀ, ਕਿਉਂਕਿ ਇਹ ਤਾਂ ਸਕ੍ਰਿਪਟ ਨੇ, ਲੈਂਗੁਏਜ ਤਾਂ ਹੈ ਹੀ ਨਹੀਂ। ਲੈਂਗੁਏਜ ਇਹਦੇ ਵਿੱਚ ਸਿਰਫ ਪ੍ਰਾਕ੍ਰਿਤ ਹੈ। ਤਾਂ ਸਾਨੂੰ ਇਹ ਵੀ ਪਤਾ ਹੈ ਅਸ਼ੋਕ ਦੀਆਂ ਮੈਕਸਿਮਮ ਇਨਸਕ੍ਰਿਪਸ਼ਨ ਸਾਨੂੰ ਪ੍ਰਾਕ੍ਰਿਤ ਲੈਂਗੁਏਜ ਦੇ ਵਿੱਚ ਹੀ ਮਿਲਦੀਆਂ ਨੇ, ਠੀਕ ਹੈ। ਹੁਣ ਜਿਵੇਂ ਪੰਜਾਬੀ ਦੀ ਗੱਲ ਕਰਦਾ, ਪੰਜਾਬੀ ਨੂੰ ਆਪਾਂ ਗੁਰਮੁਖੀ ਦੇ ਵਿੱਚ ਲਿਖਦੇ ਹਾਂ, ਉਸੇ ਤਰ੍ਹਾਂ ਪ੍ਰਾਕ੍ਰਿਤ ਨੂੰ ਬ੍ਰਹਮੀ ਦੇ ਵਿੱਚ ਵੀ ਲਿਖ ਸਕਦੇ ਹਾਂ ਅਤੇ ਪ੍ਰਾਕ੍ਰਿਤ ਨੂੰ ਖਰੋਸ਼ਟੀ ਦੇ ਵਿੱਚ ਵੀ ਲਿਖ ਸਕਦੇ ਹਾਂ। ਤਾਂ ਅਸ਼ੋਕ ਦੀਆਂ ਇਨਸਕ੍ਰਿਪਸ਼ਨ ਪ੍ਰਾਕ੍ਰਿਤ ਲੈਂਗੁਏਜ ਦੇ ਵਿੱਚ ਮਿਲਦੀਆਂ ਨੇ ਔਰ ਬ੍ਰਹਮੀ ਅਤੇ ਖਰੋਸ਼ਟੀ ਦੋਨਾਂ ਹੀ ਸਕ੍ਰਿਪਟ ਦੇ ਵਿੱਚ ਮਿਲਦੀਆਂ ਨੇ, ਠੀਕ ਹੈ। ਸਕ੍ਰਿਪਟ ਕੀ ਹੈ ਰਾਜੇ, ਇੱਕ ਲਿਖਣ ਵਾਲਾ ਫਾਰਮ ਹੈਗਾ, ਲਿਖਤੀ ਫਾਰਮ ਹੈਗਾ ਸਿੰਪਲੀ। ਤਾਂ ਲੈਂਗੁਏਜ ਤਾਂ ਡੈਫੀਨਿਟਲੀ ਪ੍ਰਾਕ੍ਰਿਤ ਆਊਗਾ। ਇਸ ਕੁਐਸਚਨ ਦਾ ਆਨਸਰ ਆਊਗਾ C, ਪ੍ਰਾਕ੍ਰਿਤ ਲੈਂਗੁਏਜ ਦੇ ਵਿੱਚ ਸਾਨੂੰ ਅਸ਼ੋਕ ਦੀਆਂ ਇਨਸਕ੍ਰਿਪਸ਼ਨਸ ਮਿਲਦੀਆਂ ਨੇ, ਠੀਕ ਹੈ ਜੀ। ਚਲਿਏ ਅੱਗੇ, ਈਜ਼ੀ ਕੁਐਸਚਨ ਹੈ ਰਾਜੇ। ਇੰਡਸ ਵੈਲੀ ਸਿਵਲਾਈਜੇਸ਼ਨ ਵਾਸ ਡਿਸਕਵਰਡ ਇਨ 1921 ਦੇ ਵਿੱਚ ਆਪਾਂ ਨੂੰ ਪਤਾ ਰਾਜੇ ਕਿਹਨੇ ਡਿਸਕਵਰ ਕੀਤਾ ਸੀਗਾ, ਇਹ ਦਿਆਰਾਮ ਸਾਹਨੀ ਨੇ। ਦਿਆਰਾਮ ਸਾਹਨੀ ਨੇ ਡਿਸਕਵਰ ਕੀਤਾ ਸੀ ਰਾਜੇ, ਕਿਹੜੀ ਸਾਈਡ ਕੀਤੀ ਸੀ, ਹਰੱਪਾ, ਠੀਕ ਹੈ ਜੀ। ਈਜ਼ੀ ਕੁਐਸਚਨ ਹੈ ਰਾਜੇ, ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਦਿਆਰਾਮ ਸਾਹਨੀ ਨੇ 1921 ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਡਿਸਕਵਰ ਕੀਤੀ ਸੀਗੀ। ਹਰੱਪਾ ਸਿਟੀ ਪਹਿਲਾਂ ਸਭ ਤੋਂ ਪਹਿਲਾਂ ਡਿਸਕਵਰ ਹੋਈ ਸੀ, ਇਸੇ ਕਰਕੇ ਇਹਦਾ ਨਾਮ ਹਰੱਪਨ ਸਿਵਲਾਈਜੇਸ਼ਨ ਵੀ ਪੈ ਗਿਆ ਸੀ। ਚਲੋ,
इंडस वैली अगेन राजे सेम ही क्वेश्चन है, ठीक है। आंसर आप हुणी पढ़िया, दयाराम साहनी आंसर आऊगा कि इंडस वैली सिविलाइजेशन किने डिस्कवर की सी? दयाराम साहनी ने 1921 ਦੇ ਵਿੱਚ, ठीक है। ਕਿਹੜੀ ਸਾਈਡ ਕੀਤੀ ਸੀ ਰਾਜੇ? ਹੜੱਪਾ। ਇਹ ਹੁਣੀ ਪੜ੍ਹਿਆ ਆਪਾਂ ਨੇ। ਤੇ ਇਸ ਤੋਂ ਇਲਾਵਾ ਰਾਜੇ ਜੇ ਆਰ ਡੀ ਬੈਨਰਜੀ ਦੀ ਗੱਲ ਕਰੀਏ, ਇਹਨੇ ਵੀ ਇੱਕ ਸਾਈਟ ਡਿਸਕਵਰ ਕੀਤੀ ਹੈ ਸਭ ਤੋਂ ਵੱਡੀ ਜਿਹੜੀ ਹੈਗੀ ਆ ਉਹ 1922 ਦੇ ਵਿੱਚ, ਮੋਹਨਜਦਾਰੋ, ਠੀਕ ਹੈ। ਕਈ ਬੁੱਕਸ ਦੇ ਵਿੱਚ ਰਾਜੇ ਇੱਕ ਸਾਲ ਅੱਗੇ ਦਿੱਤਾ ਹੋਇਆ ਹੈ, ਦਇਆਰਾਮ ਸਾਹਨੀ ਨੂੰ 1922 ਲਿਖਿਆ ਹੋਇਆ ਤੇ ਆਰ ਡੀ ਬੈਨਰਜੀ ਨੂੰ 1923 ਲਿਖਿਆ ਹੋਇਆ, ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ। ਬਸ ਕੁਐਸਚਨ ਆਊਗਾ ਇਹੀ ਆਊਗਾ, ਸਭ ਤੋਂ ਪਹਿਲੀ ਸਾਈਟ ਕਿਹੜੀ ਸੀ ਡਿਸਕਵਰ ਕੀਤੀ? ਉਹ ਹਰੱਪਾ ਸੀ। ਸੈਕਿੰਡ ਕਿਹੜੀ ਸੀ? ਮੋਹਨਜਦਾਰੋ ਸੀ। ਬਸ ਇਹੀ ਕੁਐਸਚਨ ਆਊਗਾ, ਠੀਕ ਹੈ। ਤਾਂ 1922 ਦੇ ਵਿੱਚ ਆਰ ਡੀ ਬੈਨਰਜੀ ਨੇ ਮੋਹਨਜਦਾਰੋ ਡਿਸਕਵਰ ਕੀਤਾ ਸੀਗਾ, ਕੋਈ ਦਿੱਕਤ ਨਹੀਂ ਹੈਗੀ। ਇਸ ਤੋਂ ਇਲਾਵਾ ਰਾਜੇ ਰੋਪੜ ਕਿਹਦੋਂ ਡਿਸਕਵਰ ਕੀਤਾ ਸੀਗਾ? ਵਾਈ ਡੀ ਸ਼ਰਮਾ ਨੇ। ਜੇ ਮੈਂ ਰੋਪੜ ਦੀ ਗੱਲ ਕਰਾਂ, ਰੋਪੜ ਆਪਣਾ ਜਿਹੜਾ ਪੰਜਾਬ ਦੇ ਵਿੱਚ ਰੋਪੜ ਹੈ, ਉਹ ਵੀ ਇੱਕ ਹਰੱਪਨ ਸਿਵਲਾਈਜੇਸ਼ਨ ਦਾ ਸਾਈਟ ਹੈ, ਤਾਂ ਉਹ ਕਿਹਨੇ ਡਿਸਕਵਰ ਕੀਤਾ ਸੀ? ਵਾਈ ਡੀ ਸ਼ਰਮਾ ਨੇ, ਠੀਕ ਹੈ। ਕਾਫੀ ਲੇਟ ਕੀਤਾ ਸੀ ਰਾਜੇ, 1950 ਤੋਂ ਬਾਅਦ ਮੇ ਬੀ 1953 ਦੇ ਵਿੱਚ, ਠੀਕ ਹੈ। ਅਤੇ ਕਾਫੀ ਦੇਰ ਬਾਅਦ ਰੋਪੜ ਡਿਸਕਵਰ ਹੋਇਆ, ਵਾਈ ਡੀ ਸ਼ਰਮਾ ਨੇ ਜਿਹੜਾ ਡਿਸਕਵਰ ਕੀਤਾ ਹੈਗਾ, ਠੀਕ ਹੈ। ਰਾਜੇ ਇਹਨਾਂ ਦੇ ਉੱਪਰ ਜਿਹੜਾ ਇੱਕ ਅੰਗਰੇਜ਼ ਅਫਸਰ ਸੀ, ਇਹਦਾ ਦੇਖੋ ਇੰਡੀਅਨ ਦੋਨੋਂ ਸੀਗੇ, ਇੰਡੀਅਨ ਸੀਗੇ ਬਟ ਅੰਗਰੇਜ਼ਾਂ ਦੇ ਮਤਲਬ ਅਫਸਰ ਸੀਗੇ। ਅਤੇ ਇਹਨਾਂ ਦੇ ਉੱਪਰ ਇੱਕ ਹੋਰ ਅੰਗਰੇਜ਼ ਅਫਸਰ ਸੀਗਾ, ਉਹਦਾ ਨਾਮ ਕੀ ਸੀ ਰਾਜੇ? ਜੌਨ ਮਾਰਸ਼ਲ, ਜਿਹੜਾ ਕਿ ਲੀਡ ਕਰ ਰਿਹਾ ਸੀਗਾ ਬੇਸਿਕਲੀ, ਜਿਹੜਾ ASI ਦਾ DG ਸੀ ਉਸ ਟਾਈਮ 'ਤੇ, ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦਾ ਡਾਇਰੈਕਟਰ ਜਨਰਲ ਸੀਗਾ ਉਸ ਟਾਈਮ 'ਤੇ, ਠੀਕ ਹੈ। ਜਿਹੜਾ ਮੇਨ ਹੈੱਡ ਸੀ, ਮਤਲਬ ਇਹ ਤਾਂ ਅਫਸਰ ਸੀਗੇ ਛੋਟੇ ਮੋਟੇ, ਠੀਕ ਹੈ, ਜਿਹੜੇ ਕਿ ਪਰਟੀਕੂਲਰ ਇੱਕ ਸਾਈਟ ਨੂੰ ਡਿਸਕਵਰ ਕਰ ਰਹੇ ਸੀਗੇ, ਬਟ ਓਵਰਆਲ ASI ਦਾ DG ਜਿਹੜਾ ਸੀਗਾ ਉਹ ਜੌਨ ਮਾਰਸ਼ਲ ਸੀਗਾ, ਠੀਕ ਹੈ। ਜੇ ਮੈਂ ਕਨਿੰਗਮ ਦੀ ਗੱਲ ਕਰਾਂ ਰਾਜੇ, ਇਹ ਕੀ ਕੌਣ ਸੀਗਾ? ਅਲੈਗਜ਼ੈਂਡਰ ਕਨਿੰਗਮ। ਇਹ ਰਾਜੇ ASI ਦਾ ਪਹਿਲਾ DG ਸੀਗਾ, ਫਸਟ DG ਆਫ ASI। ਬਹੁਤ ਇੰਪੋਰਟੈਂਟ ਨਾਮ ਹੈ ਰਾਜੇ, ਅਲੈਗਜ਼ੈਂਡਰ ਕਨਿੰਗਮ, ਠੀਕ ਹੈ। ਫਸਟ ਡਾਇਰੈਕਟਰ ਜਨਰਲ ਸੀਗਾ ASI ਦਾ, ਆਰਕੀਓਲੋਜੀਕਲ ਸਰਵੇ ਆਫ ਇੰਡੀਆ। ਕਦੋਂ ਬਣੀ ਸੀ ਇਹ? 1861 ਦੇ ਵਿੱਚ। ਬਹੁਤ ਇੰਪੋਰਟੈਂਟ ਪੁਆਇੰਟ ਨੇ ਜਿਹੜੇ ਮੈਂ ਦੱਸ ਰਿਹਾ, ਤੁਸੀਂ ਪਲੀਜ਼ ਨੋਟ ਕਰ ਲਓ, ਕਾਪੀ ਪੈਨ ਚੈੱਕ ਕਰੋ ਹਮੇਸ਼ਾ, ਠੀਕ ਹੈ। ਅੱਜ 5th ਕਲਾਸ ਹੈ, ਅਤੇ ਤੁਸੀਂ ਅਗਰ ਪਹਿਲਾਂ ਵਾਲੀਆਂ ਕਲਾਸਿਸ ਵੀ ਨਹੀਂ ਦੇਖੀਆਂ ਤਾਂ ਪਲੀਜ਼ ਉਹ ਦੁਬਾਰਾ ਦੇਖ ਲਓ, ਠੀਕ ਹੈ ਜੀ। ਅਤੇ ਕਾਫੀ ਇਨਫੋਰਮੇਟਿਵ ਕਲਾਸਿਸ ਹੁੰਦੀਆਂ ਨੇਗੀਆਂ, ਅਤੇ ਸਾਰਾ ਕੁਛ ਨੋਟ ਡਾਊਨ ਕਰਿਆ ਕਰੋ, ਚਾਹੇ ਸਕਰੀਨਸ਼ੋਟ ਲੈ ਲਿਆ ਕਰੋ, ਬਟ ਅਗਰ ਨੋਟ ਮੇਕਿੰਗ ਕਰ ਦਿਓ ਤਾਂ ਬਹੁਤ ਅੱਛੀ ਗੱਲ ਹੈ, ਠੀਕ ਹੈ ਜੀ। ਜਿਹੜੇ ਅਲੈਗਜ਼ੈਂਡਰ ਕਨਿੰਗਮ ਸੀ, ਇਹ ਪਹਿਲੇ ASI ਦੇ DG ਸੀਗੇ। ਚਲੋ ਜੀ, ਵਿਚ ਮੈਟਲ ਵਾਸ ਅਨਨੋਨ ਟੂ ਇੰਡਸ ਅਨਨੋਨ ਮਤਲਬ ਜਿਹੜਾ ਨਹੀਂ ਪਤਾ ਸੀ, ਇੰਡਸ ਵੈਲੀ ਦੇ ਲੋਕਾਂ ਨੂੰ ਕਿਹੜਾ ਮੈਟਲ ਨਹੀਂ ਪਤਾ ਸੀ? ਰਾਜੇ ਕੋਪਰ ਤਾਂ ਆਪਾਂ ਹੁਣੀ ਪੜ੍ਹਿਆ ਹੈਗਾ ਕਿ 3500 BC ਦੇ ਵਿੱਚ ਅਸੀਂ ਡਿਸਕਵਰ ਕਰ ਲਿਆ ਸੀ, ਕੋਪਰ ਤਾਂ ਨਹੀਂ ਹੋ ਸਕਦਾ, ਠੀਕ ਹੈ। ਜੇ ਮੈਂ ਗੱਲ ਕਰਾਂ ਰਾਜੇ ਗੋਲਡ ਦੀ, ਤਾਂ ਤੁਸੀਂ ਅਗਰ ਮੂਵੀ ਦੇਖੀ ਹੈ ਮੋਹਨਜਦਾਰੋ ਰਿਤਿਕ ਰੋਸ਼ਨ ਦੀ, ਤਾਂ ਉਹਦੇ ਵਿੱਚ ਸੋਨਾਰ ਦੀ ਬਹੁਤ ਗੱਲ ਕਰਦੇ ਨੇ, ਗੋਲਡ ਦੀ ਬਹੁਤ ਗੱਲ ਕਰਦੇ ਨੇ, ਤਾਂ ਇਹ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਗੋਲਡ ਬਾਰੇ ਉਹਨਾਂ ਨੂੰ ਪਤਾ ਸੀਗਾ, ਠੀਕ ਹੈ। ਸਿਲਵਰ ਬਾਰੇ ਵੀ ਕਿਤੇ ਨਾ ਕਿਤੇ ਪਤਾ ਸੀ, ਆਇਰਨ ਬਾਰੇ ਨਹੀਂ ਪਤਾ ਸੀ ਰਾਜੇ। ਆਇਰਨ ਦੀ ਜਿਹੜੀ ਡਿਸਕਵਰੀ ਹੋਈ ਹੈ ਉਹ ਹੋਈ ਹੀ 1000 BC ਦੇ ਵਿੱਚ ਹੈਗੀ, ਠੀਕ ਹੈ। 1000 BC ਤੋਂ ਬਾਅਦ ਸਾਨੂੰ ਪਤਾ ਲੱਗਣ ਲੱਗਿਆ ਵੀ ਆਇਰਨ ਵਰਗੀ ਕੋਈ ਚੀਜ਼ ਹੁੰਦੀ ਹੈ, ਠੀਕ ਹੈ। ਤਾਂ ਹਰੱਪਨ ਦੇ ਜਿਹੜੇ ਲੋਕ ਸੀਗੇ, ਇੰਡਸ ਵੈਲੀ ਦੇ ਜਿਹੜੇ ਲੋਕ ਸੀ, ਉਹਨਾਂ ਨੂੰ ਆਇਰਨ ਬਾਰੇ ਨਹੀਂ ਪਤਾ ਸੀ। ਆਪਣਾ ਆਨਸਰ ਰਾਜੇ D ਆਊਗਾ, ਆਇਰਨ ਬਾਰੇ ਨਹੀਂ ਪਤਾ ਸੀਗਾ। ਮੈਟਲ ਵਾਸ ਅਨਨੋਨ, ਦੈਟ ਇਜ਼ ਆਇਰਨ, ਠੀਕ ਹੈ ਜੀ। ਚਲੋ, ਵਿਚ ਆਫ ਦ ਫੋਲੋਇੰਗ ਇੰਡਸ ਵੈਲੀ ਸਾਈਟਸ ਹੈਜ਼ ਗਿਵਸ ਐਵੀਡੈਂਸ ਆਫ ਲਿਪਸਟਿਕ? ਫੈਕਚੁਅਲ ਕੁਐਸਚਨ ਹੈ ਰਾਜੇ, ਅਗਰ ਪਤਾ ਨਹੀਂ ਪਤਾ ਨਾ ਸੀ, ਠੀਕ ਹੈ। ਅਤੇ ਇਹਦਾ ਆਨਸਰ ਆਊਗਾ ਡੈਫੀਨੇਟਲੀ ਚਾਨੂਦਾਰੋ ਆਨਸਰ ਆਊਗਾ ਰਾਜੇ। ਕਿੱਥੇ ਹੈ ਇਹ? ਸਿੰਧ ਦੇ ਵਿੱਚ ਹੈ, ਪਾਕਿਸਤਾਨ ਦੇ ਵਿੱਚ, ਸਿੰਧ ਪਾਕਿਸਤਾਨ ਦੇ ਵਿੱਚ ਹੈ, ਠੀਕ ਹੈ ਜੀ। ਤਾਂ ਇੱਥੋਂ ਆਪਾਂ ਨੂੰ ਲਿਪਸਟਿਕ ਦਾ ਜਿਹੜਾ ਐਵੀਡੈਂਸ ਮਿਲਦਾ ਵੀ ਹਰੱਪਨ ਦੇ ਲੋਕ ਲਿਪਸਟਿਕ ਯੂਜ਼ ਕਰਦੇ ਸੀਗੇ, ਅਤੇ ਚਾਨੂਦਾਰੋ ਦੇ ਵਿੱਚ ਸਾਨੂੰ ਇਹ ਐਵੀਡੈਂਸ ਮਿਲਦਾ ਹੈਗਾ, ਠੀਕ ਹੈ ਜੀ। ਇਸ ਤੋਂ ਇਲਾਵਾ ਰਾਜੇ ਹੋਰ ਬਨਾਵਲੀ ਕਿੱਥੇ ਰਾਜੇ? ਹਰਿਆਣਾ ਦੇ ਵਿੱਚ ਹੈ, ਮੋਹਨਜੋਦਾਰੋ ਪਾਕਿਸਤਾਨ ਦੇ ਵਿੱਚ ਹੈ, ਅਤੇ ਕਾਲੀਬੰਗਨ ਰਾਜਸਥਾਨ ਦੇ ਵਿੱਚ ਹੈ, ਠੀਕ ਹੈ ਜੀ। ਚਲੋ ਰਾਜੇ ਪੰਜਾਬ ਪੁਲਿਸ ਦੇ ਕਾਂਸਟੇਬਲ ਦੇ ਬੈਚ ਚੱਲ ਰਹੇ ਨੇ, ਜੇਲ੍ਹ ਵਾਰਡਨ ਦੇ ਬੈਚ ਚੱਲ ਰਹੇ ਨੇ, ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਬੈਚ ਚੱਲ ਰਹੇ ਨੇ, ਠੀਕ ਹੈ। 10 ਜੂਨ ਤੋਂ ਬੈਚ ਸਟਾਰਟ ਹੋ ਚੁੱਕਿਆ, ਇੱਕ 15 ਜੂਨ ਤੋਂ ਬੈਚ ਸਟਾਰਟ ਹੋ ਚੁੱਕਿਆ ਹੈ, ਅਤੇ ਹੋਰ ਵੀ ਨੈਕਸਟ ਵੀਕ ਜਿਹੜੇ ਨਵੇਂ ਬੈਚ ਸਟਾਰਟ ਹੋ ਰਹੇ ਨੇ। ਤੁਸੀਂ ਜ਼ਿਆਦਾ ਇਨਫੋਰਮੇਸ਼ਨ ਵਾਸਤੇ ਨੀਚੇ ਲਿਖੇ ਗਏ ਨੰਬਰ 'ਤੇ ਕਾਲ ਕਰਕੇ ਜਾਂ WhatsApp ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ, ਠੀਕ ਹੈ ਜੀ। ਅਤੇ ਜਲਦੀ ਹੀ ਆਪਣੀ ਗਵਰਨਮੈਂਟ ਜੋਬ, ਆਪਣੀ ਸਰਕਾਰੀ ਜੋਬ ਲੈ ਸਕਦੇ ਹੋ। ਨੈਕਸਟ ਕੁਐਸਚਨ ਰਾਜੇ, ਹਰੱਪਾ ਇਜ਼ ਲੋਕੇਟਡ ਔਨ ਬੈਂਕ ਆਫ ਰਿਵਰ। ਹੜੱਪਾ ਜਿਹੜਾ ਸਿਟੀ ਹੈ ਰਾਜੇ, ਅਸੀਂ 1921 ਦੇ ਵਿੱਚ ਡਿਸਕਵਰ ਕਰਵਾਇਆ ਸੀਗਾ, ਇਹ ਕਿਹੜੇ ਨਦੀ ਦੇ ਉੱਪਰ ਬਸਿਆ ਹੋਇਆ ਰਾਜੇ, ਠੀਕ ਹੈ। ਸਾਰੀਆਂ ਜਿਹੜੀਆਂ ਇੰਡਸ ਵੈਲੀ ਦੇ ਸਾਈਟਸ ਨੇ ਰਾਜੇ, ਉਹ ਕਿਸੇ ਨਾ ਕਿਸੇ ਮੋਸਟਲੀ ਰਿਵਰ ਦੇ ਉੱਪਰ ਹੀ ਹੁੰਦੀਆਂ ਨੇਗੀਆਂ, ਠੀਕ ਹੈ। ਕਿਉਂਕਿ ਨਦੀ ਦੀ ਲੋੜ ਉਹਨਾਂ ਨੂੰ ਬਹੁਤ ਪੈਂਦੀ ਸੀਗੀ, ਤਾਂ ਕਿਸੇ ਨਾ ਕਿਸੇ ਨਦੀ ਦੇ ਉੱਪਰ ਹੀ ਬਣੀਆਂ ਹੁੰਦੀਆਂ ਸੀਗੀਆਂ। ਤਾਂ ਜਿਹੜਾ ਹਰੱਪਾ ਸੀ ਉਹ ਰਾਵੀ ਨਦੀ ਦੇ ਉੱਪਰ ਬਣਿਆ ਹੋਇਆ ਰਾਜੇ, ਬਹੁਤ ਇੰਪੋਰਟੈਂਟ ਹੈ। ਹੁਣ ਚਾਹੇ ਜਿਹੜਾ ਰਿਵਰ ਦਾ ਕੋਰਸ ਚੇਂਜ ਹੋ ਗਿਆ, ਬਟ ਉਸ ਟਾਈਮ 'ਤੇ ਜਿਹੜਾ ਹਰੱਪਾ ਸੀ ਉਹ ਰਾਵੀ ਨਦੀ ਦੇ ਕੰਢੇ ਉੱਪਰ ਬਣਿਆ ਹੋਇਆ ਸੀ, ਤਾਂ ਆਪਣਾ ਆਨਸਰ ਆਊਗਾ ਜੀ ਰਾਵੀ। ਇਸੇ ਤਰ੍ਹਾਂ ਜਿਹੜਾ ਮੋਹਨਜੋਦਾਰੋ ਸੀ ਰਾਜੇ, ਇਹ ਕਿਹੜੀ ਨਦੀ ਦੇ ਉੱਪਰ ਬਣਿਆ ਹੋਇਆ ਸੀਗਾ? ਇਹ ਇੰਡਸ ਨਦੀ ਦੇ ਉੱਪਰ ਬਣਿਆ ਹੋਇਆ ਸੀਗਾ, ਠੀਕ ਹੈ ਜੀ। ਹਾਲਾਂਕਿ ਜਿਹੜੀ ਰਾਵੀ ਆ ਉਹ ਵੀ ਇੰਡਸ ਦੀ ਹੀ ਟ੍ਰਿਬਿਊਟਰੀ ਹੈ, ਬਟ ਸਟਿਲ ਜਿਹੜਾ ਇੰਡਸ ਦੀ ਮੇਨ ਕੋਰਸ ਹੈ ਮੋਹਨਜੋਦਾਰੋ ਉੱਥੇ ਬਣਿਆ ਹੋਇਆ, ਠੀਕ ਹੈ। ਜਿਹੜਾ ਹੜੱਪਾ ਸੀਗਾ ਉਹ ਰਾਵੀ ਦੇ ਕੰਢੇ ਦੇ ਉੱਪਰ ਬਣਿਆ ਹੋਇਆ ਸੀਗਾ, ਠੀਕ ਹੈ।
ਮੈਪ ਨਾਲ ਸਮਝਾਉਣਾ ਤੁਹਾਨੂੰ ਮੈਂ। ਜਿਵੇਂ ਦੇਖੋ ਮੋਹਨਜੋਦਾਰੋ ਆ ਸੀਗਾ, ਮੋਹਨਜੋਦਾਰੋ, ਠੀਕ ਹੈ, ਤੇ ਆਪਣੀ ਇੰਡਸ ਜਾ ਰਹੀ ਹੈ, ਇਹ ਆਪਣੀ ਇੰਡਸ ਜਾ ਰਹੀ ਹੈ, ਤਾਂ ਇੰਡਸ ਦੇ ਉੱਪਰ ਮੋਹਨਜੋਦਾਰੋ ਵਸਿਆ ਹੋਏਗਾ, ਠੀਕ ਹੈ। ਜੇ ਮੈਂ ਗੱਲ ਕਰਾਂ ਰਾਜੇ ਹੜੱਪਾ ਦੀ, ਤਾਂ ਇੱਥੇ ਰਾਵੀ ਜਾ ਰਹੀ ਹੈ, ਆ ਰਾਵੀ ਜਾ ਰਹੀ ਹੈ ਆਪਣੀ, ਠੀਕ ਹੈ, ਅਤੇ ਇੱਥੇ ਹੀ ਹੜੱਪਾ ਹੈਗਾ। ਤਾਂ ਹੜੱਪਾ ਰਾਵੀ ਨਦੀ ਦੇ ਉੱਪਰ ਬਣਿਆ ਹੋਇਆ ਸੀਗਾ, ਵਸਿਆ ਹੋਇਆ ਸੀਗਾ, ਅਤੇ ਮੋਹਨਜੋਦਾਰੋ ਇੰਡਸ ਨਦੀ ਦੇ ਉੱਪਰ ਵਸਿਆ ਹੋਇਆ ਸੀਗਾ, ਠੀਕ ਹੈ ਜੀ। ਇਹ ਸਾਡੀ ਹੈਗੀ ਇੰਡਸ ਵੈਲੀ ਸਿਵਲਾਈਜੇਸ਼ਨ, ਠੀਕ ਹੈ ਜੀ। ਤੁਸੀਂ ਇਸ ਮੈਂ ਇੰਕ ਡਿਲੀਟ ਕਰਨਾ, ਤੁਸੀਂ ਇਹਦਾ ਸਕਰੀਨਸ਼ਾਟ ਲੈਣਾ, ਲੈ ਲਓ ਪਲੀਜ਼। ਇੰਕ ਡਿਲੀਟ ਕਰਨਾ ਮੈਂ, ਤੁਸੀਂ ਇਸ ਮੈਪ ਦਾ ਜਿਹੜਾ ਕੀ ਹੈ ਸਕਰੀਨਸ਼ਾਟ ਲੈ ਲਓ। ਵਿਚ ਆਫ ਦ ਫੋਲੋਇੰਗ ਐਨੀਮਲਸ ਵਾਜ਼ ਅਨਨੋਨ ਸੀ ਰਾਜੇ, ਵੀ ਇੰਡਸ ਵੈਲੀ ਦੇ ਲੋਕਾਂ ਨੂੰ ਇਹਨਾਂ ਦੇ ਵਿੱਚੋਂ ਕਿਹੜੇ ਐਨੀਮਲ ਬਾਰੇ ਨਹੀਂ ਪਤਾ ਸੀਗਾ। ਜੇ ਮੈਂ ਗੱਲ ਕਰਾਂ ਰਾਜੇ ਲਾਇਨ ਦਾ ਪੈਂਡਿੰਗ ਰੱਖਦੇ ਹਾਂ, ਬੁੱਲ ਦਾ ਡੈਫੀਨੇਟਲੀ ਪਤਾ ਸੀ ਰਾਜੇ, ਬੁੱਲ ਦੀ ਬਲਕਿ ਇਹ ਵਰਸ਼ਿਪ ਕਰਦੇ ਸੀਗੇ, ਇਹ ਬੁੱਲ ਦੀ ਵਰਸ਼ਿਪ ਕਰਦੇ ਸੀਗੇ, ਠੀਕ ਹੈ। ਐਲੀਫੈਂਟ ਡੈਫੀਨੇਟਲੀ ਪਤਾ ਸੀ ਰਾਜੇ, ਟਾਈਗਰ ਬਾਰੇ ਵੀ ਡੈਫੀਨੇਟਲੀ ਪਤਾ ਸੀ, ਇੱਕੋ ਹੀ ਐਨੀਮਲ ਬਾਰੇ ਨਹੀਂ ਪਤਾ ਸੀ ਇੱਥੇ, ਉਹ ਲਾਈਨ, ਤਾਂ ਆਪਣਾ ਆਨਸਰ ਆਊਗਾ ਰਾਜੇ ਲਾਈਨ। ਸ਼ੇਰਾਂ ਬਾਰੇ ਜਿਹੜਾ ਕੀ ਹੈ ਇੰਡਸ ਵੈਲੀ ਦੇ ਲੋਕਾਂ ਨੂੰ ਨਹੀਂ ਪਤਾ ਸੀਗਾ, ਠੀਕ ਹੈ। ਟਾਈਗਰ ਬਾਰੇ ਪਤਾ ਸੀ ਬਟ ਲਾਇਨ ਬਾਰੇ ਨਹੀਂ ਪਤਾ ਸੀਗਾ, ਧਿਆਨ ਰੱਖਣਾ ਇਸ ਚੀਜ਼ ਦਾ, ਠੀਕ ਹੈ। ਲਾਇਨ ਬਾਰੇ ਨਹੀਂ ਪਤਾ ਸੀ, ਸ਼ੇਰ ਬਾਰੇ ਨਹੀਂ ਪਤਾ ਸੀਗਾ। ਵਿਚ ਦ ਫੋਲੋਇੰਗ ਐਨੀਮਲਸ ਐਜ਼ ਫਿਗਰਸ ਸਰਾਊਂਡ ਦ ਮੇਲ ਡਾਇਟੀ ਇਨ ਇੰਡਸ ਵੈਲੀ ਸਿਵਲਾਈਜੇਸ਼ਨ। ਰਾਜੇ ਤੁਹਾਨੂੰ ਪਤਾ ਹੋਊਗਾ ਅਗਰ ਤੁਸੀਂ ਪੜ੍ਹਿਆ ਥੋੜ੍ਹਾ ਬਹੁਤ, ਪਸ਼ੂਪਤੀ ਮਹਾਰਾਜ ਦੀ ਆਪਾਂ ਨੂੰ ਇੱਕ ਮੂਰਤੀ ਮਿਲਦੀ ਹੈ, ਇੱਕ ਇਮੇਜ ਮਿਲਦੀ ਹੈ ਪਸ਼ੂਪਤੀ ਮਹਾਰਾਜ, ਜਾਂ ਫਿਰ ਪ੍ਰੋਟੋ ਸ਼ਿਵਾ ਵੀ ਕਹਿ ਦਿੰਦੇ ਆਪਾਂ, ਪ੍ਰੋਟੋ ਸ਼ਿਵਾ, ਸ਼ਿਵਾ ਵਰਗਾ, ਠੀਕ ਹੈ। ਇਹ ਜਿਹੀ ਆਪਾਂ ਨੂੰ ਇੱਕ ਸੀਲਸ ਮਿਲਦੀਆਂ ਨੇਗੀਆਂ, ਠੀਕ ਹੈ, ਸੀਲਸ ਮਿਲਦੀਆਂ ਨੇ, ਉਹਦੇ ਉੱਪਰ ਪਸ਼ੂਪਤੀ ਮਹਾਰਾਜ ਦੀ ਫੋਟੋ ਬਣੀ ਹੋਈ ਹੈ। ਪਸ਼ੂਪਤੀ ਮਹਾਰਾਜ ਦੀ ਫੋਟੋ ਦੇ ਨਾਲ ਨਾਲ ਰਾਜੇ ਆਸੇ ਪਾਸੇ ਕੁਝ ਐਨੀਮਲਸ ਦੀਆਂ ਫੋਟੋ ਨੇਗੀਆਂ, ਠੀਕ ਹੈ। ਇੱਥੇ ਜੇ ਕੁਛ ਐਨੀਮਲ ਹੈ, ਇੱਥੇ ਕੋਈ ਐਨੀਮਲ ਹੈ, ਇੱਥੇ ਕੋਈ ਐਨੀਮਲ ਹੈ ਨਾ, ਤਾਂ ਇਹ ਐਨੀਮਲਸ ਪੁੱਛ ਰਹੇ ਵੀ ਕਿਹੜੇ ਕਿਹੜੇ ਐਨੀਮਲ ਸੀਗੇ ਪਸ਼ੂਪਤੀ ਮਹਾਰਾਜ ਦੀ ਫੋਟੋ ਦੇ ਆਲੇ ਦੁਆਲੇ, ਕਿਹੜੇ ਕਿਹੜੇ ਐਨੀਮਲ ਸੀ ਉਹ ਪੁੱਛ ਰਿਹਾ। ਐਲੀਫੈਂਟ, ਟਾਈਗਰ, ਰਾਈਨੋ, ਬਫਲੋ, ਡੀਅਰ। ਤਾਂ ਰਾਜੇ ਅਗਰ ਪਤਾ ਤਾਂ ਪਤਾ, ਨਹੀਂ ਪਤਾ ਤਾਂ ਨਾ ਸੀ, ਠੀਕ ਹੈ। ਓਬਵੀਅਸਲੀ ਗੱਲ ਫੈਕਚੁਅਲ ਕੁਐਸਚਨ ਹੈਗਾ ਇਹ, ਕੋਈ ਇਹਦੇ ਵਿੱਚ ਗੈਸ ਵਰਕ ਨਹੀਂ ਚੱਲ ਸਕਦਾ, ਠੀਕ ਹੈ। ਤਾਂ ਡੈਫੀਨੇਟਲੀ ਆਨਸਰ ਇਹਦਾ ਬੀ ਆਊਗਾ ਰਾਜੇ, 1 2 3 4 5। ਇਹ ਸਾਰੇ ਦੇ ਸਾਰੇ ਐਨੀਮਲ ਜਿਹੜੇ ਸੀਗੇ ਰਾਜੇ ਇਹ ਇਸ ਇਮੇਜ ਦੇ ਵਿੱਚ ਹੈਗੇ ਨੇ, ਠੀਕ ਹੈ। ਮੈਂ ਇਹਦੀ ਵੀ ਇਮੇਜ ਦਿਖਾ ਦਿੰਦਾ ਤੁਹਾਨੂੰ, ਠੀਕ ਹੈ। ਦੇਖੋ ਇਹ ਤਾਂ ਹੈਗਾ ਟਾਈਗਰ, ਇੱਧਰ ਹੈਗਾ ਐਲੀਫੈਂਟ ਟਾਈਗਰ, ਇੱਧਰ ਹੈਗਾ ਰਾਜੇ ਰਾਈਨੋ, ਇਹ ਹੈਗਾ ਰਾਜੇ ਬੁੱਲ ਜਾਂ ਫਿਰ ਬਫਲੋ ਕਹਿ ਸਕਦੇ ਆਪਾਂ, ਬਫਲੋ, ਠੀਕ ਹੈ ਜੀ। ਨੀਚੇ ਰਾਜੇ ਹੈਗੇ ਨੇ ਡੀਅਰ, ਨੀਚੇ ਡੀਅਰ ਨੇ ਆਪਣੇ, ਠੀਕ ਹੈ। ਤਾਂ 5 ਐਲੀਫੈਂਟਸ ਨੇ ਰਾਜੇ, ਐਲੀਫੈਂਟ, ਟਾਈਗਰ, ਰਾਈਨੋ ਅਤੇ ਬਫਲੋ, ਠੀਕ ਹੈ ਜੀ। ਐਲੀਫੈਂਟ, ਟਾਈਗਰ, ਰਾਈਨੋ, ਬਫਲੋ ਅਤੇ ਡੀਅਰ ਨੀਚੇ, ਸਭ ਤੋਂ ਨੀਚੇ ਜਿਹੜੇ ਹੈਗੇ ਨੇ ਡੀਅਰ ਨੇ, ਆਹ ਡੀਅਰ ਨੇ ਨੀਚੇ, ਠੀਕ ਹੈ। ਇਹ ਪਸ਼ੂਪਤੀ ਮਹਾਰਾਜ ਦੀ ਜਿਹੜੀ ਇਮੇਜ ਹੈ, ਸੀਲ ਹੈਗੀ, ਅਤੇ ਆਸੇ ਪਾਸੇ ਐਨੀਮਲਸ ਨੇਗੇ, ਠੀਕ ਹੈ ਜੀ। ਇਹ ਚੀਜ਼ ਹੈਗੀ, ਯਾਦ ਕਿਵੇਂ ਕਰਨਾ ਰਾਜੇ, ਦੇਖੋ ਐਲੀਫੈਂਟ, ਟਾਈਗਰ ਅਤੇ ਰਾਈਨੋ, ਇਹ ਤਿੰਨੋਂ ਐਨੀਮਲ ਐਸੇ ਨੇ ਰਾਜੇ ਕਿ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਨੇ, ਆਲਮੋਸਟ ਦੁਨੀਆ ਦੇ ਵਿੱਚ, ਇੰਡੀਆ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਨੇਗੇ। ਜੇ ਆਪਾਂ ਪੂਰੇ ਦੁਨੀਆ ਦੇ ਵਿੱਚ ਪੋਪੂਲੇਸ਼ਨ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਐਲੀਫੈਂਟ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਨੇ, ਟਾਈਗਰ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਨੇ, ਰਾਈਨੋ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਨੇਗੇ, ਠੀਕ ਹੈ। ਤਾਂ ਇਸੇ ਕਰਕੇ ਇੰਡਸ ਵੈਲੀ ਲੋਕਾਂ ਨੂੰ ਇਹ ਇਹਨਾਂ ਬਾਰੇ ਪਤਾ ਸੀਗਾ, ਠੀਕ ਹੈ। ਆਪਾਂ ਐਵੇਂ ਯਾਦ ਰੱਖਦੇ ਹਾਂ। ਬਫਲੋ ਬਾਰੇ ਰਾਜੇ ਪਤਾ ਹੀ ਆਪਾਂ ਨੂੰ, ਦੇਖਿਆ ਨਾ ਦੁੱਧ ਵਗੈਰਾ ਦਾ ਆਪਾਂ ਨੂੰ ਇੰਤਜ਼ਾਮ ਕਰਨਾ ਹੁੰਦਾ ਤਾਂ ਬਫਲੋ ਤੋਂ ਹੋਊਗਾ। ਡੀਅਰ ਦਾ ਵੀ ਪਤਾ ਹੀ ਸੀਗਾ, ਠੀਕ ਹੈ, ਕਿਉਂਕਿ ਉਹਨਾਂ ਨੂੰ ਡੀਅਰ ਸੀਗੇ, ਉਹ ਪਿਆਰੇ ਸੀਗੇ, ਇਹ ਸਮਝ ਸਕਦੇ ਆਪਾਂ। ਤਾਂ ਯਾਦ ਕਰਨੇ ਵੀ ਸੌਖੇ ਨੇ, ਕੋਈ ਜ਼ਿਆਦਾ ਔਖੇ ਨਹੀਂ ਹੈਗੇ। ਪਹਿਲੇ ਦਿਨ ਤਾਂ ਜਮਾਂ ਸੌਖੇ ਨੇ, ਐਲੀਫੈਂਟ, ਟਾਈਗਰ, ਰਾਈਨੋ, ਕਿਉਂਕਿ ਬਹੁਤ ਜ਼ਿਆਦਾ ਹੈਗੇ ਨੇ ਇੰਡੀਆ ਦੇ ਵਿੱਚ, ਇਸ ਕਰਕੇ ਯਾਦ ਕਰਨੇ ਸੌਖੇ ਨੇ, ਅਤੇ ਬਫਲੋ ਅਤੇ ਡੀਅਰ ਵੈਸੇ ਸੌਖੇ ਨੇ, ਠੀਕ ਹੈ ਜੀ। ਤਾਂ ਇਹ 5 ਐਨੀਮਲ ਜਿਹੜੇ ਹੈਗੇ ਨੇ ਇਹ ਪ੍ਰੋਟੋਸ਼ੀਵਾ ਦੇ ਆਲੇ ਦੁਆਲੇ ਸਰਾਊਂਡ ਕਰਦੇ ਨੇ। ਨੈਕਸਟ ਕੁਐਸਚਨ, ਵਿਚ ਦ ਫੋਲੋਇੰਗ ਵਾਜ਼ ਅਨਨੋਨ ਇਨ ਇੰਡਸ ਵੈਲੀ ਸਿਵਲਾਈਜੇਸ਼ਨ। ਇੰਡਸ ਵੈਲੀ ਦੇ ਲੋਕਾਂ ਨੂੰ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਬਾਰੇ ਨਹੀਂ ਪਤਾ ਸੀਗਾ। ਅਗੇਨ ਅਨਨੋਨ ਦੀ ਕੁਐਸਚਨ ਗੱਲ ਹੋ ਰਹੀ ਹੈ ਰਾਜੇ। ਵੀਟ ਬਾਰੇ ਬਿਲਕੁਲ ਪਤਾ ਸੀ ਰਾਜੇ, ਵੀਟ ਦਾ ਉਹਨਾਂ ਦਾ ਇੱਕ ਸਟੈਪਲ ਕ੍ਰੌਪ ਸੀਗਾ, ਸਟੈਪਲ ਕ੍ਰੌਪ ਬਹੁਤ ਜ਼ਿਆਦਾ ਖਾਂਦੇ ਸੀ ਵੀਟ ਉਹ, ਠੀਕ ਹੈ। ਪਲਸਿਸ ਦੇਖ ਲੈਂਦੇ ਹਾਂ, ਬਾਰਲੇ ਵੀ ਉਹਨਾਂ ਦਾ ਸਟੈਪਲ ਕ੍ਰੌਪ ਸੀ, ਵੀਟ ਅਤੇ ਬਾਰਲੇ ਉਹਨਾਂ ਦਾ ਸਭ ਤੋਂ ਜ਼ਿਆਦਾ ਖਾਇਆ ਜਾਂਦਾ ਸੀ, ਸਭ ਤੋਂ ਜ਼ਿਆਦਾ ਸਟੈਪਲ ਕ੍ਰੌਪ ਉਹਨਾਂ ਦਾ ਇਹ ਦੋਨੋਂ ਹੀ ਸੀਗੇ। ਕੋਟਨ ਦਾ ਰਾਜੇ ਬਹੁਤ ਪੁਰਾਣਾ ਆਪਣੇ ਇੰਡੀਆ ਤੋਂ ਓਰੀਜੀਨੇਟ ਹੋਇਆ, ਠੀਕ ਹੈ। ਈਵਨ ਕਿ ਇਹਦਾ ਨਾਮ ਹੀ ਸਿੰਧੋਨ ਰੱਖ ਦਿੱਤਾ ਗਿਆ ਸੀਗਾ, ਸਿੰਧੋਨ। ਜਿਹੜੇ ਫੋਰਨਰ ਸੀਗੇ, ਗ੍ਰੀਕਸ ਸੀਗੇ ਜਾਂ ਹੋਰ ਸੀਗੇ, ਉਹਨਾਂ ਨੇ ਇਹਦਾ ਨਾਮ ਹੀ ਸਿੰਧੋਨ ਰੱਖਤਾ ਸੀਗਾ। ਸਿੰਧੋਨ ਕਿਉਂ ਰੱਖਤਾ ਸੀਗਾ, ਕਿਉਂਕਿ ਇਹ ਇੰਡਸ ਦੇ ਰੀਜਨ ਤੋਂ, ਸਿੰਧ ਨਦੀ ਦੇ ਰੀਜਨ ਤੋਂ ਆਉਂਦਾ ਸੀਗਾ, ਠੀਕ ਹੈ। ਸਿੰਧੂ ਨਦੀ ਸੀ ਆਪਣੀ ਜਿਹੜੀ, ਇੰਡਸ ਨਦੀ ਸੀਗੀ, ਉਹ ਵਾਲੇ ਰੀਜਨ ਦੇ ਵਿੱਚ ਕੋਟਨ ਉਗਾਇਆ ਜਾਂਦਾ ਸੀਗਾ। ਇਸੇ ਕਰਕੇ ਇਹਦਾ ਨਾਮ ਜਿਹੜੇ ਗ੍ਰੀਕਸ ਸੀਗੇ ਜਾਂ ਹੋਰ ਸੀਗੇ ਫੋਰਨਰ ਸੀਗੇ, ਉਹਨਾਂ ਨੇ ਕੋਟਨ ਦਾ ਨਾਮ ਹੀ ਆਪਣੇ ਰੀਜਨ ਦੇ ਉੱਪਰ ਰੱਖਤਾ, ਕਿਉਂਕਿ ਇਸ ਰੀਜਨ ਦੇ ਵਿੱਚ ਉਗਦੀ ਆ ਕੋਟਨ, ਤਾਂ ਕੋਟਨ ਦਾ ਨਾਮ ਹੀ ਸਿੰਧੋਨ ਰੱਖਤਾ, ਠੀਕ ਹੈ। ਤਾਂ ਕੋਟਨ ਦਾ ਬਹੁਤ ਪੁਰਾਣੀ ਉਗਾਉਣੇ ਅਸੀਂ, ਇੰਡੀਆ ਇਜ਼ ਅ ਬਰਥ ਪਲੇਸ ਆਫ ਕੋਟਨ, ਠੀਕ ਹੈ ਜੀ। ਤਾਂ ਇਹਦੇ ਬਾਰੇ ਵੀ ਬਿਲਕੁਲ ਪਤਾ ਸੀਗਾ। ਕਿਹੜੀ ਚੀਜ਼ ਬਾਰੇ ਨਹੀਂ ਪਤਾ ਸੀ, ਓਬਵੀਅਸਲੀ ਗੱਲ ਹੈ ਪਲਸਿਸ ਬਾਰੇ, ਠੀਕ ਹੈ। ਹੁਣ ਦੇਖੋ ਪਲਸਿਸ ਮੈਨੂੰ ਐਜ਼ ਸੱਚ ਨਹੀਂ ਪਤਾ ਸੀ ਕਿ ਨਹੀਂ ਪਤਾ ਸੀ ਵੀ ਇਹਨਾਂ ਨੂੰ IBC ਨੂੰ ਇਹ ਨੌਨ ਸੀ ਅਨਨੋਨ ਸੀ, ਠੀਕ ਹੈ। ਮੈਨੂੰ ਇਹ ਚੀਜ਼ ਬਾਰੇ ਨਹੀਂ ਪਤਾ ਸੀਗਾ। ਮੈਨੂੰ ਇਹ ਪਤਾ ਸੀ ਵੀ ਵੀਟ ਸਟੈਪਲ ਹੈ, ਬਾਰਲੇ ਸਟੈਪਲ ਹੈ,
ਤੇ ਕੋਟਨ ਵੀ ਬਹੁਤ ਪਹਿਲਾਂ ਉਗਾਉਂਦੇ ਨੇ, ਠੀਕ ਹੈ। ਵੀਟ ਬਾਰਲੇ ਕੋਟਨ ਬਾਰੇ ਮੈਨੂੰ ਪਤਾ ਸੀ, ਇਸ ਕਰਕੇ ਮੈਂ ਪਲਸਿਸ ਨੂੰ ਹੁਣ ਐਲੀਮੀਨੇਟ ਕਰ ਪਾਇਆ ਵੀ ਹਾਂ ਪਲਸਿਸ ਰਹਿ ਗਿਆ ਇਕੱਲਾ, ਠੀਕ ਹੈ। ਪਲਸਿਸ ਫਿਰ ਓਬਵੀਅਸਲੀ ਗੱਲ ਆਪਸ਼ਨ ਪਲਸਿਸ ਬਚ ਗਿਆ, ਆਪਣਾ ਆਨਸਰ ਪਲਸਿਸ ਆਊਗਾ, ਠੀਕ ਹੈ ਜੀ। ਚਲੋ ਵਿਚ ਆਫ ਦ ਫੋਲੋਇੰਗ ਵਾਸ ਅਨਨੋਨ ਇਨ ਇੰਡਸ ਵੈਲੀ, ਅਗੇਨ ਅਨਨੋਨ ਹੈ ਰਾਜੇ ਕਿ ਇੰਡਸ ਵੈਲੀ ਦੇ ਲੋਕਾਂ ਨੂੰ ਇਹਨਾਂ ਚੋਂ ਕਿਸ ਬਾਰੇ ਚੀਜ਼ ਨਹੀਂ ਪਤਾ ਸੀਗਾ। ਕੰਸਟਰਕਸ਼ਨ ਆਫ ਵੈਲ ਬਿਲਕੁਲ ਪਤਾ ਸੀ ਰਾਜੇ, ਵੈਲ ਖੂਏ ਉਗਾਉਂਦੇ ਮਤਲਬ ਖੋਦਦੇ ਸੀਗੇ ਪਾਣੀ ਵਾਸਤੇ। ਆਰਕਿਸ ਬਿਲਕੁਲ ਪਤਾ ਸੀ ਰਾਜੇ, ਪਿਲਰਸ ਬਾਰੇ ਨਹੀਂ ਪਤਾ ਸੀ, ਆਪਣਾ ਆਨਸਰ ਰਾਜੇ ਸੀ ਆਊਗਾ। ਪਿਲਰਸ ਬਾਰੇ ਨਹੀਂ ਪਤਾ ਸੀਗਾ, ਡਰੇਨਸ ਬਾਰੇ ਬਿਲਕੁਲ ਪਤਾ ਸੀ। ਆਪਾਂ ਪੜ੍ਹਦੇ ਹਾਂ ਕਿ ਜਿਹੜੇ ਹਰਪਨ ਸਿਵਲਾਈਜੇਸ਼ਨ ਹੈ ਉਹਨਾਂ ਦਾ ਜਿਹੜਾ ਸੈਨੀਟੇਸ਼ਨ ਸਿਸਟਮ ਸੀ, ਸੀਵਰੇਜ ਸਿਸਟਮ ਸੀ, ਬਹੁਤ ਵਧੀਆ ਸੀਗਾ, ਠੀਕ ਹੈ। ਨਾਲੀਆਂ ਉਹਨਾਂ ਦੀ ਕਵਰਡ ਸੀਗੀਆਂ, ਕਵਰਡ ਡਰੇਨਸ ਸੀਗੀਆਂ, ਆਪਾਂ ਪੜ੍ਹਦੇ ਹੁੰਦੇ ਹਾਂ ਨਾ ਕਵਰਡ ਡਰੇਨਸ। ਅਤੇ ਜਿਹੜੇ ਉਹਨਾਂ ਦੀ ਨਾਲੀਆਂ ਸੀ ਰਾਜੇ ਉਹਨਾਂ ਦੀ ਸ਼ੇਪ ਇੱਦਾਂ ਦੀ ਸੀਗੀ, ਇੱਦਾਂ ਦੀ ਸ਼ੇਪ ਸੀਗੀ, ਕਰਵ ਆਰਕ, ਆਹ ਜਿਹੜੀ ਆਰਕ ਬਣਦੀ ਸੀਗੀ, ਠੀਕ ਹੈ। ਤਾਂ ਉਹਨਾਂ ਨੂੰ ਆਰਕ ਬਾਰੇ ਵੀ ਪਤਾ ਸੀਗਾ। ਆਰਕ ਕੀ ਹੁੰਦੀ ਹੈ ਬੇਸਿਕਲੀ, ਜਿਵੇਂ ਆਹ ਦਰਵਾਜ਼ਾ ਹੈਗਾ, ਆਪਾਂ ਜਿਹੜੇ ਇੱਦਾਂ ਦੀ ਸ਼ੇਪ ਬਣਾ ਲੈਂਦੇ ਹੁੰਦੇ ਹਾਂ ਆਰਕ, ਇਹਨੂੰ ਆਰਕ ਕਹਿੰਦੇ ਹਾਂ, ਠੀਕ ਹੈ, ਇਹਨੂੰ ਆਰਕ ਕਹਾਂਗੇ ਆਪਾਂ। ਤਾਂ ਜਿਹੜੀਆਂ ਉਹਨਾਂ ਦੀ ਨਾਲੀਆਂ ਸੀਗੀਆਂ ਉਹਨਾਂ ਦੀ ਸ਼ੇਪ ਵੀ ਆਰਕ ਵਾਲੀ ਸੀਗੀ, ਆਹ ਨਾਲੀ ਇੱਦਾਂ, ਠੀਕ ਹੈ, ਅਤੇ ਆਰਕ ਸ਼ੇਪ ਸੀਗੀ। ਇਹ ਜਿਹੜੀ ਸ਼ੇਪ ਹੈ ਇਹ ਆਰਕ ਸ਼ੇਪ ਹੈ। ਤਾਂ ਉਹਨਾਂ ਨੂੰ ਆਰਕ ਬਾਰੇ ਵੀ ਪਤਾ ਸੀਗਾ, ਆਰਕ ਬਾਰੇ ਵੀ ਪਤਾ ਸੀ, ਵੈਲ ਬਾਰੇ ਵੀ, ਖੂਹ ਬਾਰੇ ਵੀ ਪਤਾ ਸੀ, ਅਤੇ ਡਰੇਨਸ ਬਾਰੇ ਵੀ ਪਤਾ ਸੀ। ਸਿਰਫ ਪਤਾ ਪਿਲਰਸ ਬਾਰੇ ਨਹੀਂ ਸੀਗਾ, ਠੀਕ ਹੈ। ਪਿਲਰਸ ਬਾਰੇ ਕੋਈ ਜਾਣਕਾਰੀ ਆਪਣੇ ਇੰਡਸ ਵੈਲੀ ਦੇ ਲੋਕਾਂ ਨੂੰ ਨਹੀਂ ਸੀਗਾ, ਕਿਉਂਕਿ ਪਿਲਰਸ ਦੀ ਕੋਈ ਲੋੜ ਹੀ ਨਹੀਂ ਸੀਗੀ, ਠੀਕ ਹੈ। ਐਡੀ ਕੋਈ ਬਹੁਤ ਵੱਡੀ ਬਿਲਡਿੰਗ ਨਹੀਂ ਬਣਾਉਂਦੇ ਸੀ ਉਹ ਵੀ ਪਿਲਰਸ ਦੀ ਲੋੜ ਪਵੇ, ਠੀਕ ਹੈ। ਇੱਕ ਅਰਬਨ ਸਿਵਲਾਈਜੇਸ਼ਨ ਸੀ, ਵਧੀਆ ਖੁੱਲ੍ਹੇ ਡੁੱਲੇ ਘਰ ਸੀਗੇ, ਬਟ ਕੋਈ ਪਿਲਰਸ ਦੀ ਲੋੜ ਨਹੀਂ ਪਈ ਹੈਗੀ। ਚਲੋ ਕੁਛ ਰਾਜੇ ਸਾਈਟਸ ਨੇ ਇੰਡਸ ਵੈਲੀ ਦੀਆਂ ਹੀ, ਠੀਕ ਹੈ। ਇਹਨਾਂ ਨੂੰ ਸਟੇਟਸ ਨਾਲ ਕੰਪੇਅਰ ਕਰਨਾ ਆਪਾਂ ਨੇ, ਠੀਕ ਹੈ। ਰਾਜੇ ਦੈਮਾਬਾਦ ਮੈਂ ਤੁਹਾਨੂੰ ਹੁਣੀ ਦੱਸਿਆ, ਅਗੇਨ ਇਹ ਜਿਹੇ ਕੁਐਸਚਨ ਸੋਲਵ ਕਰਨ ਵਾਸਤੇ ਕੀ ਰਾਜੇ ਆਪਣਾ ਟੈਕਨੀਕ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਕਨਫਰਮ ਹੈ ਆਪਾਂ ਨੂੰ ਉਹ ਮਾਰਕ ਕਰੋ, ਠੀਕ ਹੈ। ਹੁਣ ਦੇਖੋ ਕਾਲੀਬੰਗਨ ਵੀ ਮੈਂ ਆਪਾਂ ਪੜ੍ਹ ਚੁੱਕੇ ਹਾਂ, ਕਾਲੀਬੰਗਨ ਕਿੱਥੇ ਸੀ ਰਾਜੇ, ਰਾਜਸਥਾਨ ਦੇ ਵਿੱਚ। ਅਤੇ ਦੈਮਾਬਾਦ ਵੀ ਪੜ੍ਹ ਚੁੱਕੇ ਹਾਂ, ਦੈਮਾਬਾਦ ਕਿੱਥੇ ਸੀਗਾ ਰਾਜੇ, ਮਹਾਰਾਸ਼ਟਰ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਦੋਨੇ ਤਾਂ ਆਪਾਂ ਸ਼ੋਰ ਹਾਂ, ਤਾਂ ਸੀ ਦੇ ਨਾਲ 1 ਮਾਰਕ ਕਰੋ, ਸੀ ਦੇ ਨਾਲ 1 ਮੈਚ ਕਰੋ, C1 ਸਿਰਫ ਇੱਥੇ ਹੀ ਹੈ ਰਾਜੇ। ਤਾਂ ਆਪਣਾ ਆਨਸਰ ਡੈਫੀਨੇਟਲੀ ਬੀ ਆਏਗਾ, ਠੀਕ ਹੈ, ਬੀ ਆਪਸ਼ਨ ਆਏਗਾ, ਕਿਉਂਕਿ ਸੀ ਦੇ ਨਾਲ ਅਸੀਂ 1 ਮੈਚ ਕਰ ਲਿਆ, ਬਾਕੀ ਆਪਾਂ ਵੈਰੀਫਾਈ ਕਰ ਲੈਂਦੇ ਹਾਂ। ਬੀ ਦੇ ਨਾਲ 4, ਬੀ ਦੇ ਨਾਲ 4 ਬਿਲਕੁਲ ਮੈਚ ਹੋ ਰਿਹਾ ਜੀ। ਰਾਖੀਗੜ੍ਹੀ ਕਿੱਥੇ ਰਾਜੇ, ਹਰਿਆਣਾ ਦੇ ਵਿੱਚ ਹੈ। ਡੀ ਦੇ ਨਾਲ 2, ਡੀ ਦੇ ਨਾਲ 2 ਵੀ ਮੈਚ ਹੋ ਰਿਹਾ ਰਾਜੇ। ਅਤੇ ਮਾਂਡਾ ਆਪਣਾ ਜਿਹੜਾ ਹੈਗਾ ਰਾਜੇ ਜੰਮੂ ਕਸ਼ਮੀਰ ਦੇ ਵਿੱਚ ਹੈ, ਏ ਦੇ ਨਾਲ 3 ਵੀ ਮੈਚ ਹੋ ਰਿਹਾ। ਆਪਣਾ ਆਨਸਰ ਡੈਫੀਨੇਟਲੀ ਬੀ ਹੀ ਆਏਗਾ, ਠੀਕ ਹੈ ਜੀ। ਇਹ ਚਾਰੇ ਸਾਈਟਸ ਇੰਪੋਰਟੈਂਟ ਨੇ ਰਾਜੇ, ਤੁਸੀਂ ਸਕਰੀਨਸ਼ਾਟ ਲੈ ਲਓ, ਥੋੜ੍ਹਾ ਜਿਹਾ ਮੈਂ ਕਲੀਅਰ ਕਰਕੇ ਲਿਖ ਦਿੰਦਾ। ਆਨਸਰ ਆਪਣਾ ਇਹ ਆਏਗਾ ਰਾਜੇ, ਠੀਕ ਹੈ, ਆਨਸਰ ਬੀ ਆਏਗਾ। ਅਤੇ ਕਲੀਅਰ ਮੈਂ ਹੋਰ ਲਿਖ ਦਿੰਦਾ, ਮਾਂਡਾ ਕਿੱਥੇ ਰਾਜੇ, ਜੰਮੂ ਕਸ਼ਮੀਰ ਦੇ ਵਿੱਚ। ਦੈਮਾਬਾਦ ਕਿੱਥੇ ਰਾਜੇ, ਮਹਾਰਾਸ਼ਟਰ ਦੇ ਵਿੱਚ। ਕਾਲੀਬੰਗਨ ਕਿੱਥੇ, ਰਾਜਸਥਾਨ ਦੇ ਵਿੱਚ। ਰਾਖੀਗੜ੍ਹੀ ਕਿੱਥੇ, ਹਰਿਆਣਾ ਦੇ ਵਿੱਚ, ਠੀਕ ਹੈ। ਤੁਸੀਂ ਉਹਦਾ ਸਕਰੀਨਸ਼ਾਟ ਲੈ ਲਓ, ਠੀਕ ਹੈ ਜੀ। ਇਹ ਆਪਣਾ ਆਨਸਰ ਬੀ ਆਏਗਾ। ਚਲੋ ਹੁਣ ਚਲੋ ਰਾਜੇ ਇਸ ਚੀਜ਼ ਤੋਂ ਆਪਾਂ ਥੋੜ੍ਹਾ ਜਿਹੀ ਇੱਕ ਹੋਰ ਚੀਜ਼ ਦੇਖ ਲੈਂਦੇ ਹਾਂ। ਪੂਰਾ ਦਾ ਪੂਰਾ ਜਿਹੜਾ ਇੰਡਸ ਵੈਲੀ ਸਿਵਲਾਈਜੇਸ਼ਨ ਹੈ ਰਾਜੇ, ਜਿਹਦੀ ਮੈਂ ਬਾਊਂਡਰੀ ਮਾਰਕ ਕਰਾਂ ਵੀ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਸੀਗਾ। ਹੁਣ ਦੇਖੋ ਆਪਾਂ ਨੂੰ ਲਾਸਟ ਪੁਆਇੰਟ ਇੱਥੇ ਦਿਖਦਾ ਹੈਗਾ, ਠੀਕ ਹੈ। ਇੱਥੇ ਲਾਸਟ ਪੁਆਇੰਟ ਦਿਖਦਾ ਮਾਂਡਾ, ਠੀਕ ਹੈ। ਇੱਥੇ ਜੇ ਲਾਸਟ ਪੁਆਇੰਟ ਆਊਗਾ ਅਤੇ ਇੱਥੇ ਜੇ ਕਿਤੇ ਲਾਸਟ ਪੁਆਇੰਟ ਆਊਗਾ, ਠੀਕ ਹੈ। ਤਾਂ ਇਹ ਵਾਲੀ ਜਿਹੜੀ ਸਾਰੀ ਮਤਲਬ ਬਾਊਂਡਰੀ ਬਣਦੀ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਦੀ, ਠੀਕ ਹੈ ਜੀ। ਜਿਹੜਾ ਇੱਧਰ ਵਾਲਾ ਲਾਸਟ ਪੁਆਇੰਟ ਹੈ ਰਾਜੇ, ਇਹ ਤਾਂ ਹੈਗਾ ਸੁਟਕਾ ਗੈਂਡੋਰ, ਜਿਹੜਾ ਲਿਖਿਆ ਹੋਇਆ ਇੱਥੇ ਸੁਟਕਾ, SUTKAGENDOR, ਸੁਟਕਾ ਗੈਂਡੋਰ, ਠੀਕ ਹੈ। ਅਤੇ ਜਿਹੜਾ ਉੱਪਰ ਸਭ ਤੋਂ ਉੱਪਰ ਵਾਲਾ ਪੁਆਇੰਟ ਹੈ ਰਾਜੇ, ਉਹ ਹੈਗਾ ਮਾਂਡਾ, ਜਿਹੜਾ ਹੁਣੇ ਪੜ੍ਹਿਆ ਆਪਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਹੈ ਮਾਂਡਾ, ਠੀਕ ਹੈ। ਸਭ ਤੋਂ ਨੀਚੇ ਕੀ ਹੈ ਰਾਜੇ, ਦੈਮਾਬਾਦ। ਸਭ ਤੋਂ ਬੋਟਮ ਮੋਸਟ ਪੁਆਇੰਟ ਜਿਹੜਾ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਹੈਗਾ ਉਹ ਹੈਗਾ ਦੈਮਾਬਾਦ, ਜਿਹੜਾ ਕਿ ਮਹਾਰਾਸ਼ਟਰ ਦੇ ਵਿੱਚ ਹੈ, ਆਪਾਂ ਹੁਣੀ ਪੜ੍ਹਿਆ ਹੈਗਾ। ਇੱਧਰ ਵਾਸਤੇ ਕੀ ਹੈ ਰਾਜੇ, ਸਭ ਤੋਂ ਈਸਟਰਨ ਮੋਸਟ ਪੁਆਇੰਟ ਕਿਹੜਾ ਜਿਹੜਾ ਹੈਗਾ, ਆਲਮਗੀਰਪੁਰ, ਆਲਮਗੀਰਪੁਰ ਕਿੱਥੇ ਹੈ, ਯੂਪੀ ਦੇ ਵਿੱਚ ਹੈ, ਠੀਕ ਹੈ। ਤਾਂ ਇਹ ਚਾਰੇ ਜਿਹੜੇ ਬਾਊਂਡਰੀਜ਼ ਨੇ ਰਾਜੇ, ਦੁਬਾਰਾ ਸੁਣ ਲਓ, ਵੈਸਟ ਦੇ ਹੈਗਾ ਸੁਟਕਾ ਗੈਂਡੋਰ, ਨੌਰਥ ਦੇ ਵਿੱਚ ਮਾਂਡਾ, ਈਸਟ ਦੇ ਵਿੱਚ ਆਲਮਗੀਰਪੁਰ, ਸਾਊਥ ਦੇ ਵਿੱਚ ਦੈਮਾਬਾਦ। ਇਹ ਚਾਰੇ ਬਾਊਂਡਰੀਜ਼ ਨੇ ਰਾਜੇ ਹਰਪਨ ਸਿਵਲਾਈਜੇਸ਼ਨ ਦੀ, ਠੀਕ ਹੈ ਜੀ। ਚਲਿਏ ਅੱਗੇ। ਵਿਚ ਵਨ ਆਫ ਦ ਫੋਲੋਇੰਗ ਇੰਡਸ ਸਿਟੀਜ਼ ਵਾਸ ਨੋਨ ਫॉर ਵਾਟਰ ਮੈਨੇਜਮੈਂਟ, ਪਾਣੀ ਦੀ ਮੈਨੇਜਮੈਂਟ ਵਾਸਤੇ ਇੱਕ ਸਿਟੀ ਫੇਮਸ ਸੀ ਹਰਪਨ ਦੀ, ਉਹ ਕਿਹੜੀ ਸੀ ਰਾਜੇ। ਤਾਂ ਉਹਦਾ ਆਨਸਰ ਆਊਗਾ ਰਾਜੇ ਧੋਲਾਵੀਰਾ, ਜਿਹੜਾ ਕਿ ਗੁਜਰਾਤ ਦੇ ਵਿੱਚ ਹੈ। ਇਹ ਰਾਜੇ ਐਸਾ ਇੱਕ ਸਾਈਟ ਹੈ ਜਿਹਦੇ ਵਿੱਚ ਸਾਨੂੰ 16 ਰੈਜ਼ਰਵੋਇਰ ਦੇਖਣ ਨੂੰ ਮਿਲਣੇ, 16 ਰੈਜ਼ਰਵੋਇਰਸ ਮਿਲਣਗੇ, ਠੀਕ ਹੈ। ਰੈਜ਼ਰਵੋਇਰ ਮਤਲਬ ਪਾਣੀ ਦੇ ਟੈਂਕ, ਮਤਲਬ ਪਾਣੀ ਦੇ ਜਿੱਥੇ ਪਾਣੀ ਸਟੋਰ ਹੋ ਸਕਦਾ। ਤਾਂ 16 ਰੈਜ਼ਰਵੋਇਰ ਮਿਲਣੇ, ਯਾਨੀ ਕਿ ਵਾਟਰ ਹਾਰਵੈਸਟਿੰਗ ਵਾਸਤੇ, ਵੀ ਜਦੋਂ ਮੀਂਹ ਪਏਗਾ ਉਦੋਂ ਪਾਣੀ ਇਹਦੇ ਵਿੱਚ ਇਕੱਠਾ ਹੋ ਜਾਏਗਾ, ਠੀਕ ਹੈ। ਤਾਂ ਇੱਦਾਂ ਦੇ 16 ਰੈਜ਼ਰਵੋਇਰ ਮਿਲੇ ਨੇ ਸਾਨੂੰ, ਕਿੱਥੇ, ਧੋਲਾਵੀਰਾ ਦੇ ਵਿੱਚ। ਤਾਂ ਪਤਾ ਲੱਗਦਾ ਆਪਾਂ ਨੂੰ ਵੀ ਉਹ ਲੋਕ ਪਾਣੀ ਦੇ ਲਈ ਕਾਫੀ ਕੰਸਰਨ ਸੀਗੇ ਵਾਟਰ ਮੈਨੇਜਮੈਂਟ ਵਾਸਤੇ, ਠੀਕ ਹੈ ਜੀ। ਗੁਜਰਾਤ ਦੇ ਵਿੱਚ ਧੋਲਾਵੀਰਾ ਦੇ ਵਿੱਚ, ਠੀਕ ਹੈ। ਇੱਕ ਚੀਜ਼ ਧੋਲਾਵੀਰਾ ਵਾਸਤੇ ਹੋਰ ਫੇਮਸ ਹੈਗੀ ਕਿ ਇਹ ਸਿਰਫ ਇੱਕੋ ਹੀ ਇਹੋ ਜਿਹਾ ਟਾਊਨ ਹੈ ਜਿਹਦੇ ਵਿੱਚ ਕਿ ਇਹੋ ਜਿਹੀ ਸਾਈਟ ਹੈ ਜਿਹਦੇ ਵਿੱਚ ਕਿ 3 ਟਾਊਨਸ ਮਿਲੇ ਨੇ ਆਪਾਂ ਨੂੰ, 3 ਟਾਊਨਸ ਮਿਲੇ ਨੇ, ਠੀਕ ਹੈ। ਮੋਸਟਲੀ ਕੀ ਹੁੰਦਾ ਸੀ ਰਾਜੇ, ਸਾਰੀਆਂ ਸਾਈਟਸ ਦੇ ਵਿੱਚ ਇੱਕ ਅਪਰ ਟਾਊਨ ਹੁੰਦਾ ਹੈਗਾ, ਠੀਕ ਹੈ, ਅਪਰ ਟਾਊਨ ਹੁੰਦਾ, ਇੱਕ ਲੋਅਰ ਟਾਊਨ ਹੁੰਦਾ, ਠੀਕ ਹੈ। 2 ਟਾਊਨਸ ਹੁੰਦੇ ਨੇ, ਅਪਰ ਅਤੇ ਲੋਅਰ,
ठीक है। धोलावीरा ਦੇ ਵਿੱਚ ਸਾਨੂੰ ਇੱਕ ਮਿਡਲ ਟਾਊਨ ਵੀ ਮਿਲੇਗਾ, ਮਿਡਲ ਟਾਊਨ, ਠੀਕ ਹੈ। ਇਹ ਚੀਜ਼ ਇੱਕ ਯੂਨੀਕ ਫੀਚਰ ਹੈ ਧੋਲਾਵੀਰਾ ਦੀ, ਠੀਕ ਹੈ। ਮੋਸਟਲੀ ਹਰੱਪਨ ਸਾਈਟਸ ਦੇ ਵਿੱਚ ਚਾਹੇ ਮੋਹਨਜੋਦਾਰੋ ਚਾਹੇ ਹਰੱਪਾ ਹੈ, ਆਪਾਂ ਨੂੰ ਦੋ ਤਰ੍ਹਾਂ ਦੇ ਟਾਊਨ ਮਿਲਦੇ ਨੇ, ਇੱਕ ਅਪਰ ਟਾਊਨ ਇੱਕ ਲੋਅਰ ਟਾਊਨ, ਠੀਕ ਹੈ। ਧੋਲਾਵੀਰਾ ਦੇ ਵਿੱਚ ਤੀਜਾ ਟਾਊਨ ਯਾਨੀ ਕਿ ਮਿਡਲ ਟਾਊਨ ਵੀ ਮਿਲਦਾ। ਚਲੋ ਸਿਰਫ ਧੋਲਾਵੀਰਾ ਦੇ ਵਿੱਚ, ਹੋਰ ਕੋਈ ਸਾਈਟ ਇਹੋ ਜਿਹੀ ਨਹੀਂ ਮਿਲੀ ਆਪਾਂ ਨੂੰ। ਇਹ ਸੀ ਰਾਜੇ ਆਪਣਾ ਸਾਰਾ ਏਂਸ਼ੀਅੰਟ ਹਿਸਟਰੀ ਦਾ ਸਾਰਾ MCQs ਪੜ੍ਹੇ ਨੇ ਆਪਾਂ ਨੇ, ਠੀਕ ਹੈ। ਜਨਰਲ ਅਵੇਅਰਨੈਸ ਦੀ ਕਲਾਸ ਆਪਾਂ ਕਰ ਰਹੇ ਹਾਂ, ਠੀਕ ਹੈ, ਜਿਹਦੇ ਵਿੱਚ ਕਿ ਕਦੇ ਕੋਈ ਸਬਜੈਕਟ ਕਦੇ ਕੋਈ ਸਬਜੈਕਟ ਆਪਾਂ ਸਾਰੀ GA ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਨਰਲ ਨੌਲੇਜ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤੋਂ ਇਲਾਵਾ ਰਾਜੇ ਅਗਰ ਤੁਸੀਂ ਫੁੱਲ ਫਲੈਜਡ ਕੋਰਸ ਕੋਈ ਬਾਏ ਕਰਨਾ ਹੈ, ਤੁਸੀਂ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ, ਠੀਕ ਹੈ। ਸਾਡੇ ਬੈਚਿਸ ਚੱਲ ਰਹੇ ਨੇ ਜੀ ਕੋਆਪਰੇਟਿਵ ਬੈਂਕ ਦੇ, ਐਕਸਾਈਜ਼ ਇੰਸਪੈਕਟਰ ਦੇ, PSPCL ਦੇ, PSTCL ਦੇ, ਜਿਹਦੇ ਵਿੱਚ ਕਿ ਲਾਈਵ ਕਲਾਸਿਸ ਪਲੱਸ ਰਿਕਾਰਡਡ ਕਲਾਸਿਸ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ। ਅਤੇ ਰਾਜੇ ਦੇਰ ਨਾ ਕਰੋ, ਅਗਰ ਤੇ ਕੋਈ ਲੋੜ ਲੱਗਦੀ ਹੈ ਤਾਂ ਹਿਚਕਚਾਓ ਨਹੀਂ। ਥੋੜ੍ਹੀ ਬਹੁਤੀ ਇਨਵੈਸਟਮੈਂਟ ਨਾਲ ਅਗਰ ਤੁਹਾਡੀ ਗਵਰਨਮੈਂਟ ਜੋਬ ਸਿਕਿਉਰ ਹੋ ਰਹੀ ਹੈ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਕਨਫਿਊਜ਼ਨ ਹੋਣੀ ਚਾਹੀਦੀ ਹੈ, ਠੀਕ ਹੈ। ਤਾਂ ਰਾਜੇ ਦੇਰ ਨਾ ਕਰੋ, ਜਲਦੀ ਹੀ ਅਗਰ ਲੋੜ ਲੱਗਦੀ ਹੈ ਤਾਂ ਜੁਆਇਨ ਕਰੋ। ਅਗਰ ਕਿਸੇ ਸੀਨੀਅਰ ਤੋਂ ਗਾਈਡੈਂਸ ਲੈਣਾ ਤਾਂ ਉੱਥੋਂ ਲੈ ਲਓ, ਬਟ ਆਪਣੀ ਤਿਆਰੀ ਹੈ ਜਿਹੜੀ ਉਹਨੂੰ ਪੂਰੀ ਤਰ੍ਹਾਂ ਬਰਕਰਾਰ ਰੱਖੋ, ਠੀਕ ਹੈ ਜੀ। ਚਲੋ ਰਾਜੇ ਪੜ੍ਹਦੇ ਰਹੋ, ਖੁਸ਼ ਰਹੋ, ਖੁਸ਼ਹਾਲ ਰਹੋ। ਮਿਲਦੇ ਹਾਂ ਕੱਲ੍ਹ ਨੂੰ ਇਸੇ ਟਾਈਮ 9 ਵਜੇ, ਠੀਕ ਹੈ ਜੀ। ਹੋਰ ਜਿਹੜੇ ਕੀ ਹੈ ਜਨਰਲ ਅਵੇਅਰਨੈਸ ਦੇ ਕੋਈ ਹੋਰ ਟੌਪਿਕ ਲੈ ਕੇ ਆਵਾਂਗੇ ਆਪਾਂ, ਠੀਕ ਹੈ ਜੀ। ਚਲੋ ਰਾਜੇ ਧਿਆਨ ਰੱਖੋ ਆਪਣਾ, ਟੇਕ ਕੇਅਰ ਰਾਜੇ, ਮਿਲਦੇ ਹਾਂ ਕੱਲ੍ਹ, ਓਕੇ।